स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 1 ਦਸੰਬਰ, ਸ਼ਾਮ ਦੇ 6:30 ਦਾ। ਤੁਸੀਂ ਮੇਰੇ ਨਾਲ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ। ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ ਇਸ ਵਕਤ ਤੁਹਾਡੇ ਨਾਲ ਲਾਈਵ ਹੁੰਦਾ ਜੀ। ਇਸ ਪ੍ਰੋਗਰਾਮ ਨੂੰ ਤੁਸੀਂ ਰੇਡੀਓ ਪੰਜਾਬ ਟੁਡੇ ਦੀ ਐਪ ਦੇ ਉੱਤੇ ਆਡੀਓ ਸੈਕਸ਼ਨ ਦੇ ਵਿੱਚ ਵੀ ਸੁਣ ਸਕਦੇ ਹੋ। ਅਤੇ ਜੋ ਵੀਰ ਸਾਡੇ ਨਾਲ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੇ ਉੱਤੇ ਜੁੜੇ ਹੋਏ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਇਸ ਰੇਡੀਓ ਪੰਜਾਬ ਟੁਡੇ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਕਰੋ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਵਾਸ਼ਿੰਗਟਨ ਫreight ਸਰਵਿਸ ਸ਼ਟਲ ਵੱਲੋਂ, ਜਿਹੜੀ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ। ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ ਇਹ ਸਪੈਸ਼ਲਾਈਜ਼ ਨੇ ਜੀ ਤੁਹਾਡੀ ਰੀਫਰ ਵੈਨ ਦੀ ਹਰ ਤਰ੍ਹਾਂ ਦੀ ਰਿਪੇਅਰ ਦੀ, ਭਾਵੇਂ ਯੂਨਿਟ ਹੋਵੇ, ਗੈਸ ਹੋਵੇ। ਇਹਨਾਂ ਦੀ ਬਹੁਤ ਹੀ ਐਡਵਾਂਸ ਮਸ਼ੀਨਸ ਦੇ ਨਾਲ ਲੈਸ ਟਰੱਕ ਸ਼ਾਪ ਹੈ ਜੀ, ਜਿੱਥੇ ਤੁਹਾਨੂੰ ਡੈਫ ਕਲੀਨਿੰਗ, ਆਇਲ ਚੇਂਜ, ਇੰਜਨ ਰੀਬਿਲਟ, ਟਰਾਂਸਮਿਸ਼ਨ ਦਾ ਸਾਰਾ ਕੰਮ ਕਰਕੇ ਦਿੰਦੇ ਨੇ। ਹਾਈਵੇ 66 ਐਗਜ਼ਿਟ 43 ਤੋਂ ਬਿਲਕੁਲ ਹੀ ਨਾਲ 10224 ਰੈਜ਼ੀਡੈਂਸੀ ਰੋਡ ਮਨਾਸਸ 'ਤੇ ਨੇ ਜੀ। ਫੋਨ ਨੰਬਰ 8043728800। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਹਨਾ ਐਵੀਨਿਊ, ਇੰਡੀਅਨੈਪੋਲਿਸ। ਟੋ ਟਰੱਕ ਤੋਂ ਲੈ ਕੇ ਤੁਸੀਂ ਸਾਰੇ ਕੰਮ ਕਰਵਾ ਸਕਦੇ ਹੋ। ਸੈਮੀ ਤੇ ਟ੍ਰੇਲਰ ਦੇ ਬ੍ਰੈਂਡ ਨਿਊ ਤੇ ਯੂਜ਼ਡ ਟਾਇਰ ਵੀ ਮਿਲਦੇ ਨੇ। ਪਰਮ ਜਾਂ ਜੱਸੀ ਨਾਲ 3179797205 ਤੇ ਕਾਲ ਕਰ ਸਕਦੇ ਹੋ, ਜਾਂ 6612045818 ਦੇ ਉੱਤੇ ਵੀ ਕਾਲ ਕਰ ਸਕਦੇ ਹੋ। ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈ ਜੀ ਡਾਕਟਰ ਹਰਮਿੰਦਰ ਗਿੱਲ ਹੋਰਾਂ ਕੋਲੇ। ਤੁਸੀਂ ਅਮਰੀਕਾ ਤੇ ਕੈਨੇਡਾ 'ਚ ਬੈਠੇ ਹੋ, ਤੁਹਾਡੀ ਦਵਾਈ ਘਰੇ ਪੁੱਜਦੀ ਵੀ ਕਰ ਦਿੰਦੇ ਨੇ। 408 737 7100 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਪ੍ਰਕਾਰ ਦੀ ਕੰਸਟਰਕਸ਼ਨ ਕਰਾਉਣੀ ਹੈ, ਐਡੀਸ਼ਨ ਕਰਾਉਣੀ ਹੈ ਜਾਂ ਆਬਜੈਕਸ਼ਨ ਰਿਮੂਵ ਕਰਾਉਣੀ ਹੈ ਤਾਂ ਸ਼ੈਟਲ ਏਰੀਏ ਦੇ ਵਿੱਚ ਤੁਸੀਂ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 2069415454 ਦੇ ਉੱਤੇ ਕਾਲ ਕਰ ਸਕਦੇ ਹੋ। ਹਰ ਤਰ੍ਹਾਂ ਦੀ ਬੁੱਕ ਕੀਪਿੰਗ, ਟੈਕਸਿਸ ਅਤੇ ਬਿਜ਼ਨਸ ਟੈਕਸਿਸ ਦੀਆਂ ਸੇਵਾਵਾਂ ਲੈਣ ਦੇ ਲਈ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 2535208886 ਦੇ ਉੱਤੇ ਕਾਲ ਕਰ ਸਕਦੇ ਹੋ। ਇਹਨਾਂ ਦੀ ਲੋਕੇਸ਼ਨ 104 ਐਵੀਨਿਊ ਕੈਂਟ, ਵਾਸ਼ਿੰਗਟਨ 'ਚ ਹੈ ਜੀ। ਅਤੇ ਹੁਣ ਮੇਰੇ ਨਾਲ ਬਖਤੌਰ ਸਿੰਘ ਢਿੱਲੋਂ ਜੁੜ ਗਏ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ ਕਹਿੰਦੇ ਰੇਵੜੀਆਂ ਬਾਹਲੀਆਂ ਵੰਡੀ ਜਾਂਦੇ ਨੇ ਅਤੇ ਭਾਂਡਾ ਖੜਕੀ ਖਾਲੀ ਜਾਂਦਾ ਹੈ। ਪੰਜਾਬ ਦੇ ਖਜ਼ਾਨੇ ਨਾਲ ਹੋ ਕੀ ਰਿਹਾ? ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਜੀ, ਉਹੀ ਰੋਗ ਭਟੋਰੇ ਨੂੰ। ਹੂੰ। ਜੋ ਕੁਛ ਸਾਡੇ ਖਜ਼ਾਨੇ ਦੇ ਨਾਲ ਅਕਾਲੀ ਦਲ ਦੀ ਸਰਕਾਰ ਵੇਲੇ ਹੁੰਦਾ ਸੀ ਤੇ ਜੋ ਕੁਛ ਕਾਂਗਰਸ ਵੇਲੇ ਹੁੰਦਾ ਰਿਹਾ, ਲਗਭਗ ਉਹੀ ਕੁਛ ਹੁਣ ਹੋ ਰਿਹਾ ਜੀ। ਤੁਹਾਡੇ ਯਾਦ ਹੋਣਾ, ਸਾਡੇ ਸਰੋਤਿਆਂ ਨੂੰ ਵੀ ਚੰਗੀ ਤਰ੍ਹਾਂ ਇਹ ਵਾਕਫੀਅਤ ਹੈਗੀ ਕਿ ਜਦੋਂ ਚੋਣਾਂ ਦਾ ਯੁੱਗ ਸੀ, ਚੋਣਾਂ ਦੇ ਯੁੱਗ ਦੇ ਵਿੱਚ ਲੀਡਰ ਤਕਰੀਰਾਂ ਕਰਦੇ ਹੁੰਦੇ ਸੀ, ਗਰੰਟੀਆਂ ਦਿੰਦੇ ਹੁੰਦੇ ਸੀ ਜੀ। ਉਦੋਂ ਇਹ ਗੱਲ ਕਹਿੰਦੇ ਹੁੰਦੇ ਸੀ ਜੀ ਘਰ ਘਰ ਅਸੀਂ ਆਹ ਵੀ ਕਰ ਦਿਆਂਗੇ, ਆਹ ਵੀ ਕਰ ਦਿਆਂਗੇ। ਕਿਸੇ ਹੱਦ ਤੱਕ ਗਰੰਟੀਆਂ ਦੀ ਪੂਰਤੀ ਹੋਈ, ਆਪਾਂ ਇਹ ਤੋਂ ਮੁਨਕਰ ਨਹੀਂ ਹੋ ਸਕਦੇ। ਜਿਵੇਂ ਕਿ ਬਿਜਲੀ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਕਿਹਾ ਕਿ ਜੀ ਅਸੀਂ ਬਿਜਲੀ ਥੋੜੀ ਸਸਤੀ ਦੇਤੀ ਲੋਕਾਂ ਨੂੰ, ਇੰਡਸਟਰੀਲਿਸਟਾਂ ਨੂੰ। ਜਿਹੜੇ ਆਮ ਲੋਕ ਆ ਉਹਨਾਂ ਦੀ ਬਿਜਲੀ ਜਿਹੜੀ ਹੈਗੀ ਅਸੀਂ ਬਿਲਕੁਲ ਜ਼ੀਰੋ ਬਿੱਲ ਆਊਗਾ, ਆਇਆ ਵੀ ਹੈ ਜੀ। ਔਰ ਉਹਨਾਂ ਬਿੱਲਾਂ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਗੁਜਰਾਤ ਨੂੰ ਵੀ ਚਲੇ ਗਏ। ਉੱਥੇ ਜਾ ਕੇ ਦਿਖਾਉਂਦੇ ਆ, ਦੇਖੋ ਜੀ 80% ਜਿਹੜੀ ਹੈ ਲੋਕਾਂ ਨੂੰ ਜ਼ੀਰੋ ਬਿੱਲ ਆਇਆ ਜੀ। ਇਹ ਠੀਕ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਸਵਾਲ ਇਹ ਪੈਦਾ ਹੁੰਦਾ ਕਿ ਇਹਨਾਂ ਦੀ ਭਰਪਾਈ ਕਿੱਥੋਂ ਹੋਊਗੀ? ਇਹ ਬਿੱਲਾਂ ਦੀ ਜਿਹੜੀ ਹੁਣ ਜ਼ੀਰੋ ਵਾਲੀ ਅਦਾਇਗੀ ਕਰਨ ਵਾਲੀ ਗੱਲ ਹੈ ਵੀ ਕਿਸੇ ਨੂੰ 10 ਰੁਪਏ ਆ ਗਏ, ਕਿਸੇ ਨੂੰ 5 ਰੁਪਏ ਆ ਗਏ, ਮੇਰਾ ਕਿਲੋਮੀਟਰ ਦਾ ਖਰਚਾ ਹੀ ਆਉਂਦਾ ਹੈ। ਤੇ ਬਾਕੀ ਜਿਹੜੇ ਪੈਸੇ ਲੋਕਾਂ ਨੇ ਬਿਜਲੀ ਮਚਾਈ ਹੈ ਤੇ ਉਹਦੇ ਪੈਸੇ ਕਾਰਪੋਰੇਸ਼ਨ ਨੂੰ, ਜਿਹੜੀ ਪਾਵਰਕਾਮ ਹੈ,
ਉਹਨੇ ਤਾਂ ਕੋਲਾ ਵੀ ਖਰਚਿਆ ਵਾ, ਮੁਲਾਜ਼ਮਾਂ ਨੂੰ ਤਨਖਾਹਾਂ ਵੀ ਦੇਣੀਆਂ, ਟਰਾਂਸਮਿਸ਼ਨ ਦਾ ਖਰਚਾ ਵੀ ਪੈਂਦਾ ਹੈ। ਉਹ ਖਰਚਾ ਉਹਨਾਂ ਨੂੰ ਕੌਣ ਦੇਊਗਾ ਜੀ। ਤੇ ਉਹਦੇ ਵਾਸਤੇ ਸਿੱਧਾ ਪ੍ਰਬੰਧ ਹੈ ਵੀ ਇਹਨੂੰ, ਕਿਉਂਕਿ ਮੰਨਿਆ ਜਾਂਦਾ ਵੀ ਇਹ ਕਿਸਮ ਦੀ ਸਬਸਿਡੀ ਹੈ, ਤੇ ਕਹਿੰਦੇ ਵੀ ਇਹ ਸੂਬਾ ਸਰਕਾਰ ਦੇਊਗੀ। ਸੂਬਾ ਸਰਕਾਰ ਜੇ ਇੱਕ ਪਾਸੇ ਤੁਹਾਨੂੰ ਦੇਊਗੀ ਤੇ ਸੂਬਾ ਸਰਕਾਰ ਨਾ ਤਾਂ ਕੇਜਰੀਵਾਲ ਸਾਹਿਬ ਨੇ ਆਪਣੇ ਘਰੋਂ ਦੇਣੇ ਆ, ਨਾ ਜੀ ਨਾ ਤਾਂ ਲੋਕਾਂ ਨੇ, ਸੂਬੇ ਦੇ ਲੋਕਾਂ ਨੇ ਦੇਣੇ ਆ, ਉਹ ਸੂਬੇ ਦੇ ਲੋਕਾਂ ਨੇ ਦੇਣੇ ਆ। ਮਤਲਬ ਇਹ ਹੋਊਗਾ ਕਿ ਸੂਬੇ ਦੇ ਲੋਕਾਂ ਦੇ ਉੱਤੇ ਫਿਰ ਵਿੰਗੇ ਟੇਢੇ ਢੰਗ ਨਾਲ ਟੈਕਸ ਲੱਗਣਗੇ, ਔਰ ਉਹ ਟੈਕਸ ਜਿਹੜੇ ਲੋਕ ਪੇ ਕਰਨਗੇ, ਤੇ ਉਹ ਟੈਕਸ ਜਿਹੜੇ ਹੈਗੇ ਤੁਹਾਡੀ ਇੱਕ ਜੇਬ ਚੋਂ ਪੈਸੇ ਕੱਢ ਲਏ ਤੇ ਦੂਜੀ ਚ ਪਾਤੇ, ਜਾਂ ਇੱਕ ਚ ਪਾਤੇ ਤੇ ਦੂਜੀ ਚੋਂ ਕੱਢ ਲਏ। ਸਥਿਤੀ ਇਹ ਬਣ ਜਾਂਦੀ ਹੁੰਦੀ ਹੈ। ਹੁਣ ਜਿਹੜੇ ਅੰਕੜੇ ਅੱਜ ਆਉਂਦੇ ਆ, ਇਹ ਅੰਕੜੇ ਜਿਹੜੇ ਆ ਕੋਈ ਨਿੱਕੇ ਮੋਟੇ ਨਹੀਂ, ਬਹੁਤ ਵੱਡੇ ਹੈ ਜੀ। ਅਖਬਾਰਾਂ ਦੀ ਆਪੋ ਆਪਣੀ ਪਾਲਿਸੀ ਹੁੰਦੀ, ਆਪੋ ਆਪਣੀ ਨੀਤੀ ਹੁੰਦੀ ਹੈ, ਲੇਕਿਨ ਕੁਝ ਅਖਬਾਰ ਹੁੰਦੇ ਆ ਜਿਨ੍ਹਾਂ ਨੂੰ ਲੋਕ ਜ਼ਿਆਦਾ ਪੜ੍ਹਦੇ ਆ ਜੀ। ਤੇ ਇੱਕ ਅਖਬਾਰ ਹੈ ਜਿਹੜੇ ਅਖਬਾਰ ਨੂੰ ਆਮ ਤੌਰ ਤੇ ਮੰਨਿਆ ਜਾਂਦਾ ਵੀ ਇਹਦੀ ਅਪਰੋਚ ਹੈ ਜਿਹੜੀ ਇਹ ਪ੍ਰੋ ਗਵਰਨਮੈਂਟ ਹੁੰਦੀ ਹੈ। ਜਲੰਧਰ ਤੋਂ ਅਖਬਾਰ ਉਹ ਛਪਦਾ, ਨਾਮ ਹੈ ਉਹਦਾ ਲੈਂਦਾ ਨਹੀਂ, ਕਿਉਂਕਿ ਕਈ ਵਾਰੀ ਅਗਲੇ ਨੂੰ ਹੁੰਦਾ ਵੀ ਸਾਡੀ ਬਦਨਾਮੀ ਕਰਦੇ ਆ, ਦੂਜੇ ਕਹਿਣਗੇ ਜੀ ਇਹਨਾਂ ਦੀ ਇਹ ਪਬਲਿਸਿਟੀ ਕਰਦੇ ਆ। ਉਹਦਾ ਅੱਜ ਜਿਹੜਾ ਹੈਗਾ ਹੈਡਿੰਗ ਲੱਗੀ ਹੈ, ਮੇਨ ਲਾਈਨ ਲੱਗੀ ਹੈ ਵੀ ਸਰਕਾਰੀ ਦਾਅਵਿਆਂ ਦੇ ਬਾਵਜੂਦ ਪੰਜਾਬ ਦੀ ਵਿੱਤੀ ਹਾਲਤ ਹੋਈ ਡਾਮਾਡੋਲ ਜੀ। ਔਰ ਇਹ ਦੱਸਦੇ ਆ ਜੀ ਵੀ ਅਕਤੂਬਰ ਤੱਕ 13,940 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਗਿਆ ਹੈ। ਦੱਸੋ, ਇਹ ਪੱਤਰਕਾਰ ਨੇ ਆਪਦੇ ਵੱਲੋਂ ਨਹੀਂ ਲਿਖਿਆ ਕੁਛ ਇਹਦੇ ਚ। ਇਹਦੇ ਚ ਜਿਹੜੀ ਇਹ ਪੱਤਰਕਾਰ ਨੇ ਜਿਹੜਾ ਲਿਖਿਆ, ਇਹ ਅਕਾਊਂਟੈਂਟ ਜਨਰਲ ਆਫ ਇੰਡੀਆ ਦੇ ਅਕਤੂਬਰ 2022 ਤੱਕ ਦੇ ਜਿਹੜੇ ਹੈਗੇ ਆ ਅੰਕੜੇ, ਰਾਜ ਸਰਕਾਰ ਨੇ ਜਿਹੜੇ ਉਹਨੂੰ ਅੰਕੜੇ ਮੁਹੱਈਆ ਕਰਵਾਏ ਹੈ, ਉਹਨਾਂ ਦੇ ਮੁਤਾਬਕ ਉਹਨੇ ਇਹ ਸਾਰਾ ਕੁਝ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਹੈ। ਤੇ ਨਾਲ ਉਹ ਕਹਿੰਦੇ ਵੀ ਜਿੰਨੇ ਵੀ ਸਰੋਤਾਂ ਤੋਂ ਆਮਦਨ ਹੋਈ ਹੈ, ਉਹ ਆਮਦਨ ਦੇ ਵਿੱਚ ਜਿਹੜੀ ਕਮੀ ਹੈ ਉਹ ਵੀ ਰਿਕਾਰਡ ਕੀਤੀ ਗਈ ਹੈ। ਇੱਕ ਪਾਸੇ ਤਾਂ ਤੁਸੀਂ ਦੇਖੋ ਕਿ ਜਿਹੜੀ ਹੈਗੀ ਹੈ 13,940 ਕਰੋੜ ਰੁਪਏ ਦਾ ਅਸੀਂ ਕਰਜ਼ਾ ਚੁੱਕ ਲਿਆ। ਦੂਜੇ ਪਾਸੇ ਇਹ ਦੇਖੋ ਕਿ ਇਹਨਾਂ 7 ਮਹੀਨਿਆਂ ਦੇ ਵਿੱਚ ਜੀ, ਅਕਤੂਬਰ 2022 ਤੱਕ ਜਿਹੜੀ ਸਾਡੀ ਆਮਦਨ ਹੈ ਉਹ ਕਿੰਨੀ ਘਟੀ ਹੈ। ਉਹ ਆਮਦਨ ਬਾਰੇ ਜੋ ਇਹਨਾਂ ਨੇ ਦੱਸਿਆ ਜੀ, ਉਹ ਆਮਦਨ ਜਿਹੜੀ ਹੈਗੀ ਆ, ਉਹ ਕਹਿੰਦੇ ਆ ਵੀ ਇਹ ਆਮਦਨ ਕਾਫੀ ਘਟ ਗਈ ਹੈ। ਅੱਛਾ ਜੀ। ਮਤਲਬ ਤੁਸੀਂ ਇਹ ਦੇਖੋ ਕਿ ਮਗਰਲੇ ਅਕਤੂਬਰ ਤੱਕ ਚੁੱਕੇ ਗਏ ਕਰਜ਼ੇ ਤੋਂ ਇਹ ਕਰਜ਼ਾ ਜਿਹੜਾ ਹੈਗਾ, ਪਹਿਲੀ ਗੱਲ ਤਾਂ 2800 ਤੇ 12 ਰੁਪਏ ਵੱਧ ਹੈ ਕਰਜ਼ਾ। ਮੈਂ ਜਿਵੇਂ ਕਹਿ ਲਾਂ ਕਿ ਬੱਕਰੀ ਜਿਹੜੇ ਰੋਗ ਨਾਲ ਮਰ ਗਈ, ਪਠੋਰਾ ਵੀ ਉਸੇ ਰੋਗ ਨਾਲ ਮਰ ਗਿਆ। ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕਰਜ਼ਾ ਚੁੱਕਿਆ ਹੁੰਦਾ ਸੀ, ਉਹਦੇ ਨਾਲੋਂ ਐਤਕੀ ਕਰਜ਼ਾ ਜਿਹੜਾ ਹੈਗਾ ਨਾ 7 ਮਹੀਨਿਆਂ ਚ ਉਹ 2812 ਕਰੋੜ ਰੁਪਇਆ ਵੱਧ ਚੁੱਕਿਆ ਗਿਆ। ਇਸੇ ਤਰ੍ਹਾਂ ਅਕਤੂਬਰ 2022 ਤੱਕ ਰਾਜ ਵੱਲੋਂ ਜਿਹੜੀ ਸਾਡੇ ਪੰਜਾਬ ਵੱਲੋਂ 8795.95 ਕਰੋੜ ਰੁਪਇਆ ਵਿਆਜ ਦੇ ਰੂਪ ਵਿੱਚ ਵੀ ਅਦਾ ਕੀਤਾ ਗਿਆ ਜੀ, ਜੋ ਮਗਰਲੇ ਸਾਲ ਨਾਲੋਂ ਵੱਧ ਹੈ। ਇਹ ਤਾਂ ਕਹਿੰਦੇ ਨੇ ਵੀ ਅਸੀਂ ਪਿਛਲੀ ਸਰਕਾਰ ਦਾ ਵੀ ਅਸੀਂ ਵਿਆਜ ਮੋੜਦੇ ਹਾਂ, ਸਰਕਾਰਾਂ ਤਾਂ ਸਾਰੀਆਂ ਵਿਆਜ ਮੋੜਦੀਆਂ ਹੁੰਦੀਆਂ, ਲੇਕਿਨ ਇਹ ਪਿਛਲੀ ਸਰਕਾਰ ਨਾਲੋਂ ਐਤਕੀ ਜਿਹੜਾ ਹੈਗਾ ਵਿਆਜ ਵੱਧ ਇਹਨਾਂ ਨੂੰ ਅਦਾ ਕਰਨਾ ਪਿਆ। ਮਗਰਲੇ ਸਾਲ ਅਕਤੂਬਰ ਤੱਕ ਸਰਕਾਰ ਵੱਲੋਂ ਚੋਣਾਂ ਵਾਲਾ ਸਾਲ ਹੋਣ ਕਰਕੇ ਜੀ 11,128.40 ਕਰੋੜ ਰੁਪਏ ਦਾ ਕੁੱਲ ਕਰਜ਼ਾ ਚੁੱਕਿਆ ਸੀ ਜੀ। ਤੇ ਮੌਜੂਦਾ ਸਰਕਾਰ ਜੀ ਦੇ ਵੱਲੋਂ ਨਵੀਂ ਆਬਕਾਰੀ ਨੀਤੀ ਰਾਹੀਂ ਆਮਦਨ ਵਿੱਚ ਵੱਡਾ ਵਾਧਾ ਕਰਨ ਦਾ ਦਾਅਵਾ ਕੀਤਾ ਸੀ। ਪਰ ਜੇ ਆਪਾਂ ਅਪ੍ਰੈਲ ਤੋਂ ਲੈ ਕੇ ਅਕਤੂਬਰ 2022 ਤੱਕ ਦਾ ਮਗਰਲੇ ਸਾਲ ਨਾਲ ਇਹਦਾ ਮੁਕਾਬਲਾ ਕਰੀਏ ਜੀ, ਤਾਂ ਇਹਦੇ ਚ ਹੈ ਕਿ ਸ਼ਰਾਬ ਵਾਲੇ ਮਾਮਲੇ ਚ ਆਬਕਾਰੀ ਟੈਕਸ ਹੈ ਜਿਹੜਾ ਉਹ 0.30% ਦੀ ਕਮੀ ਆਈ ਹੈ ਜੀ। ਅਗਸਤ ਮਹੀਨੇ ਚ ਕਮੀ 0.2% ਸੀ। ਹੁਣ ਜੇ ਵਿੱਤੀ ਸਾਲ ਦੌਰਾਨ 9647.87 ਕਰੋੜ ਰੁਪਏ ਦੀ ਆਮਦਨ ਦਾ ਇਹਨਾਂ ਨੇ ਟੀਚਾ ਰੱਖਿਆ ਹੋਇਆ ਸੀ, ਪਰ ਅਕਤੂਬਰ 2022 ਤੱਕ ਦੀ ਜਿਹੜੀ ਪ੍ਰਾਪਤੀ ਹੈ ਇਹ ਸਿਰਫ 4719.12 ਕਰੋੜ ਬਣਦੀ ਹੈ ਜੀ। ਪੈਟਰੋਲ ਤੋਂ ਵੀ ਆਮਦਨ ਵਿੱਚ ਜਿਹੜਾ 2022 ਦਾ ਜਿਹੜਾ ਮੌਕਾ ਇਹਦੇ ਵਿੱਚ 16.62% ਦੀ ਕਮੀ ਰਿਕਾਰਡ ਕੀਤੀ ਗਈ ਹੈ। ਮਤਲਬ ਕੋਈ ਕੰਮ ਤੁਸੀਂ ਦੇਖ ਲਓ ਕਿ ਆਮਦਨ ਲਗਾਤਾਰ ਘਟ ਰਹੀ ਹੈ ਜੀ, ਆਮਦਨ ਘਟ ਰਹੀ ਹੈ ਤੇ ਖਰਚਾ ਵੱਧ ਰਿਹਾ ਹੈ। ਤੇ ਰਿਓੜੀਆਂ ਵਾਲੀ ਆਪਾਂ ਕੋਈ ਗੱਲ ਹੀ ਨਹੀਂ, ਕਸਰ ਹੀ ਨਹੀਂ ਛੱਡੀ। ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਇਹ ਗੱਲ ਕਹੀ ਸੀ ਕਿ ਰਿਓੜੀਆਂ ਵੰਡੀਆਂ ਜਾ ਰਹੀਆਂ, ਉਦੋਂ ਸ਼੍ਰੀਮਾਨ ਕੇਜਰੀਵਾਲ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਜੀ ਅਸੀਂ ਲੋਕਾਂ ਨੂੰ ਜਿਹੜੀਆਂ ਫੈਸਿਲਿਟੀਜ਼ ਦਿੰਨੇ ਇਹਨਾਂ ਨੂੰ ਰਿਓੜੀਆਂ ਕਿਉਂ ਕਹਿੰਦੇ ਆ। ਮੈਂ ਸਹਿਮਤ ਹਾਂ ਇਸ ਕਰਕੇ, ਕੁਛ ਗੱਲਾਂ ਕਰਕੇ ਕੇਜਰੀਵਾਲ ਹੋਰਾਂ ਦੀ ਇਸ ਗੱਲ ਨਾਲ, ਕਿ ਜਦੋਂ ਵੱਡੇ ਕਾਰਖਾਨੇਦਾਰਾਂ ਨੂੰ ਜੀ
ਕਾਰਪੋਰੇਟ ਘਰਾਣਿਆਂ ਨੂੰ ਤੁਸੀਂ ਛੋਟਾਂ ਦੇਣੀਆਂ ਹੁੰਦੀਆਂ, ਉਹ ਛੋਟਾਂ ਤਾਂ ਤੁਸੀਂ ਪੂਰੀ ਖੁੱਲ੍ਹਦੁਲੀ ਨਾਲ ਦੇ ਦਿੰਦੇ ਹੋ। ਬਿਲਕੁਲ। ਜਿਵੇਂ ਕਿ ਪਾਰਲੀਮੈਂਟ ਦੇ ਵਿੱਚ ਹੀ ਕਿਸੇ MP ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਸੀ ਕਿ ਜੀ 10 ਲੱਖ ਕਰੋੜ ਰੁਪਈਆ ਕਾਰਪੋਰੇਟਰਾਂ ਦਾ ਮਾਫ ਕੀਤਾ ਜਾ ਚੁੱਕਾ ਹੈ, ਤੇ ਦੂਜੇ ਪਾਸੇ ਜੇ ਕਿਸੇ ਕਿਸਾਨ ਨੇ ਦੇਣਾ, ਕਿਸੇ ਖੇਤ ਮਜ਼ਦੂਰ ਨੇ ਦੇਣਾ, ਤੇ ਉਹਨੂੰ ਘੜੀਸੀ ਫਿਰਦੇ ਹੈ। ਇਹ ਇੱਥੇ ਤਾਂ ਗੱਲ ਠੀਕ ਹੈ ਜੀ, ਪਰ ਇਹਦੇ ਵਿੱਚ ਵੀ ਦਾਨੇਲੀਆ ਸਾਹਿਬ ਆਪਾਂ ਨੂੰ ਇਹ ਦੇਖਣੀ ਪੈਣੀ ਹੈ ਕਿ ਜਿਹੜੀਆਂ ਰਿਓੜੀਆਂ ਦੇਣੀਆਂ, ਰਿਓੜੀਆਂ ਰੱਜਿਆਂ ਪੁੱਜਿਆਂ ਨੂੰ ਦੇਣੀਆਂ ਜਾਂ ਰਿਓੜੀਆਂ ਭੁੱਖਿਆਂ ਨੂੰ ਦੇਣੀਆਂ। ਬਿਲਕੁਲ ਬਿਲਕੁਲ। ਇਹ ਬਖਰੇਵਾ ਤਾਂ ਸਰਕਾਰ ਨੂੰ ਕਰਨਾ ਹੀ ਪੈਣਾ ਨਾ। ਇੱਕ ਪਾਸੇ ਤੁਸੀਂ ਦੇਖੋ, ਇਹ ਆਪਣੀ ਬਿਜਲੀ ਸਬਸਿਡੀ ਦੀ ਗੱਲ ਕਰਦੇ ਆਪਾਂ, ਬਿਜਲੀ ਸਬਸਿਡੀ ਨੂੰ ਹੁਣ ਇੱਕ ਲੋਡ ਬਣਾ ਦਿੱਤਾ ਹੈ, ਪਰ ਇਹ ਵੇਖੋ ਕਿ ਕਦੇ ਕਿਸੇ ਵੀ ਕਿਸਾਨ ਜਥੇਬੰਦੀ ਨੇ ਇਹ ਤਾਂ ਮੰਗ ਨਹੀਂ ਕੀਤੀ ਸੀ ਕਿ ਸਾਨੂੰ ਬਿਜਲੀ ਮੁਫਤ ਦਿੱਤੀ ਜਾਵੇ। ਕਿਸਾਨ ਤਾਂ ਇਹ ਕਹਿੰਦੇ ਸੀ ਕਿ 8 ਘੰਟੇ ਬਿਜਲੀ ਸਾਨੂੰ ਪੂਰੀ ਦਿਓ, ਸਾਥੋਂ ਭਾਈ ਤੁਸੀਂ ਪੈਸੇ ਲੈ ਲਓ, ਅਸੀਂ ਪੈਸੇ ਦੇਣ ਨੂੰ ਤਿਆਰ ਹਾਂ। ਪਰ ਉਹ ਕਹਿੰਦੇ ਜੀ ਨਹੀਂ, ਤੁਹਾਨੂੰ ਅਸੀਂ ਬਿਜਲੀ ਮੁਫਤ ਦੇ ਦਿਆਂਗੇ। ਜਿਹੜੀ ਉਹ ਮੁਫਤ ਦਿੱਤੀ ਜਾ ਰਹੀ ਹੈ ਬਿਜਲੀ, ਤੇ ਉਹਦੀ ਵਜ੍ਹਾ ਕਾਰਨ ਹੀ ਪਾਵਰਕਾਮ ਨੂੰ ਘਾਟਾ ਪੈ ਰਿਹਾ ਹੈ। ਤੇ ਇਸ ਵੇਲੇ ਪਾਵਰਕਾਮ ਵੱਲ ਕਿੰਨਾ ਜਿਹੜਾ ਹੈਗਾ ਸਰਕਾਰ ਵੱਲ ਪਾਵਰਕਾਮ ਦਾ ਬਕਾਇਆ ਪਿਆ, ਅਸੀਂ ਉਹ ਬਕਾਇਆ ਨਹੀਂ ਦਿੱਤਾ ਜਾ ਰਿਹਾ। ਔਰ ਬਹੁਤੀਆਂ ਗੱਲਾਂ ਜੇ ਆਪਾਂ ਦੇਖੀਏ, ਜਦੋਂ ਤੁਹਾਡੇ ਸਾਹਮਣੇ ਟੀਚਾ ਇਹ ਹੋਵੇ ਕਿ ਅਸੀਂ ਚਾਦਰ ਦੇਖ ਕੇ ਪੈਰ ਨਹੀਂ ਪਸਾਰਨੇ, ਸਗੋਂ ਅਸੀਂ ਵੱਧ ਤੋਂ ਵੱਧ ਸੂਬਿਆਂ ਦੇ ਵਿੱਚ ਆਪਣੀਆਂ ਸਰਕਾਰਾਂ ਬਣਾਉਣੀਆਂ, ਤੇ ਉਦੋਂ ਇਹੋ ਜਿਹੇ ਫਿਰ ਫੈਸਲੇ ਹੁੰਦੇ ਆ। ਕਿਉਂਕਿ ਹੁਣ ਗੁਜਰਾਤ ਦੀਆਂ ਚੋਣਾਂ ਸੀ, ਹਿਮਾਚਲ ਦੀਆਂ ਚੋਣਾਂ ਸੀ, ਜੀ, ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆ ਅਸਲ ਦੇ ਵਿੱਚ ਜਿਹੜੀਆਂ ਰਿਓੜੀਆਂ ਵੱਢਣ ਵਾਲੀ ਗੱਲ ਕੀਤੀ ਗਈ ਹੈ। ਹੁਣ ਅਗਲੀ ਜਿਹੜੀ ਦਾਨੇਲੀਆ ਸਾਹਿਬ ਆਪਾਂ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਹੁਣ ਕਰਤਾ ਲਿਆ, ਇਹਦੀ ਭਰਪਾਈ ਕਿੱਥੋਂ ਹੋਊਗੀ, ਇਹਦੀ ਪੂਰਤੀ ਕਿੱਥੋਂ ਹੋਊਗੀ? ਰੌਲਾ ਤਾਂ ਆਹੀ ਹੈ, ਕਰਜ਼ਾ ਲਹੂ ਕਿੱਥੋਂ, ਇਹ ਲਹੂ ਕਿੱਥੋਂ? 54,000 ਕਰੋੜ ਰੁਪਏ ਦਾ ਤਾਂ ਆਪਣੇ ਬਾਬੂ ਜੀ ਨੇ ਕਹਿਤਾ ਸੀ ਜੀ ਵੀ ਮੇਰੇ ਕੋਲੇ ਆ ਗਿਣਿਆ ਪਿਆ। 54,000 ਕਰੋੜ ਰੁਪਈਆ ਤਾਂ ਆਪਾਂ ਕਹਿੰਦਾ ਨਾਲ ਦੀ ਨਾਲ ਹੀ ਕੱਢ ਲਾਂਗੇ ਨਾ, ਇਧਰੋਂ ਆਜੂ ਇਧਰੋਂ ਆਜੂ। ਬਿਲਕੁਲ। ਅੱਜ ਹਾਲਤ ਕੀ? ਅੱਜ ਹਾਲਤ ਇਹ ਹੈ ਕਿ ਕਾਲੀਆਂ ਤੇ ਕਾਂਗਰਸੀਆਂ ਦੇ ਰਾਜ ਦੇ ਵਿੱਚ ਜਿਹੜਾ ਰੇਤਾ ਸਸਤਾ ਮਿਲਦਾ ਹੁੰਦਾ ਸੀ, ਹੁਣ ਹਾਲਤ ਇਹ ਬਣੀ ਹੈ ਕਿ ਸੀਮੈਂਟ ਸਸਤਾ ਤੇ ਰੇਤਾ ਮਹਿੰਗਾ। ਇਹ ਹਾਲਤ ਬਣੀ ਪਈ ਹੈ। ਇਹਨੂੰ ਇਹਦੇ ਚ ਜਿਹੜਾ ਸੰਕਟ ਹੈ, ਸੰਕਟ ਦੇ ਵਿੱਚੋਂ ਨਿਕਲਣ ਵਾਸਤੇ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਕਿਵੇਂ ਕਰਨਾ। ਪਰ ਅਸੀਂ ਵਾਅਦੇ ਬਹੁਤ ਕਰੀ ਜਾਂਦੇ ਹਾਂ ਜੀ ਬਈ ਜੀ ਅਸੀਂ ਤਾਂ ਆ ਵੀ ਕਰਤਾ ਜੀ, ਕਿਸੇ ਨੇ ਕੀਤਾ ਨਹੀਂ, ਗਰੰਟੀਆਂ ਕਰਤੀਆਂ। ਤੇ ਫਿਰ ਗਰੰਟੀਆਂ ਨੂੰ ਜਿਹੜਾ ਚੱਕ ਕੇ ਆਪਾਂ ਨਾਲ ਦੀ ਨਾਲ ਅਖਬਾਰਾਂ ਦੇ ਉੱਤੇ ਇਸ਼ਤਿਹਾਰ ਦਿੰਦੇ, ਖਰਚੇ ਦੇ ਉੱਤੇ ਖਰਚਾ, ਆਪਣੀ ਮਹਿਮਾ ਬਣਾਉਣ ਵਾਸਤੇ ਖਰਚੇ ਤੇ ਖਰਚਾ ਪਾਇਆ ਜਾ ਰਿਹਾ ਹੈ। ਤੇ ਹੁਣ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਜਦੋਂ ਆਪਾਂ ਇਹ ਪ੍ਰੋਗਰਾਮ ਕਰਦੇ ਸੀ ਪਹਿਲਾਂ, ਜੋ ਸਰਕਾਰ ਦੀਆਂ ਚੋਣਾਂ ਦਾ ਟਾਈਮ ਸੀਗਾ ਕਿ ਜਿਹੜੀ ਸਰਕਾਰ ਬਣਨੀ ਹੈ ਤੇ ਉਹਦੇ ਵਾਸਤੇ ਚੋਣਾਂ ਹੋਣਗੀਆਂ, ਉਦੋਂ ਆਪਾਂ ਇਹ ਗੱਲ ਕਹਿੰਦੇ ਸੀ ਕਿ ਵਾਅਦੇ ਗਰੰਟੀਆਂ ਤੁਹਾਡੇ ਨਾਲ ਜ਼ਰੂਰ ਕਰੀ ਜਾਂਦੇ ਆ ਭਾਈ, ਪਰ ਇਹ ਜਿਹੜੇ ਵਾਅਦੇ ਗਰੰਟੀਆਂ ਜਿਹੜੀਆਂ ਹੈਗੀਆਂ ਇਹ ਪੂਰੇ ਨਹੀਂ ਹੋਣੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਪੈਸੇ ਦਾ ਪ੍ਰਬੰਧ ਨਹੀਂ ਹੁੰਦਾ। ਬਿਲਕੁਲ, ਪੈਸਾ ਤਾਂ ਜ਼ਰੂਰੀ ਹੈ ਨਾ। ਜੇ ਆਪਾਂ ਘਰ ਵੀ ਚਲਾਉਣਾ ਤੇ ਘਰ ਵਾਸਤੇ ਵੀ ਆਪਾਂ ਨੂੰ ਦੇਖਣਾ ਪੈਣਾ ਕਿ ਆਪਣੇ ਕੋਲ ਪੈਸੇ ਕਿੰਨੇ। ਬਿਲਕੁਲ ਜੀ, ਉਹ ਤੋਂ ਬਗੈਰ ਕੰਮ ਨਹੀਂ ਹੁੰਦਾ। ਸੋ ਆ ਇੱਥੇ ਆ ਕੇ ਜਿਹੜਾ ਢਿੰਡਾ ਫਸਿਆ ਪਿਆ। ਇਹ ਪਹਿਲਾਂ ਉਹ ਜਿਵੇਂ ਮਨਪ੍ਰੀਤ ਬਾਦਲ ਕਹਿੰਦਾ ਹੁੰਦਾ ਸੀ ਖਜ਼ਾਨਾ ਖਾਲੀ ਹੈ, ਇਹ ਉਹਨੂੰ 16 ਕਿਲੋ ਵਾਲਾ ਪੀਪਾ ਦੱਸਦੇ ਹੁੰਦੇ ਸੀ, ਹੈ ਨੀ? ਬੜੇ ਭਗਵੰਤ ਬੜਾ ਮਾਨ ਬੜਾ ਉਹ ਤੇ ਚਟਕੂਰੇ ਲੈ ਗੱਲਾਂ ਕਰਦੇ ਹੁੰਦੇ ਸੀਗੇ। ਨਹੀਂ, ਉਹ ਤਾਂ ਕਹਿੰਦੇ ਪੀਪੇ ਦੇ ਥੱਲੇ ਥੱਲਾ ਹੈ ਨਹੀਂ। ਅੱਛਾ, ਪੀਪਾ ਕੱਲਾ ਹੀ ਹੈ, 16 ਕਿਲੋ 15 ਕਿਲੋ ਵਾਲਾ ਜਿਹੜਾ ਪੀਪਾ ਹੁੰਦਾ, ਕਹਿੰਦੇ ਉਹਦਾ ਥੱਲਾ ਹੈ ਨਹੀਂ। ਅਸੀਂ ਕਹਿੰਦੇ ਥੱਲਾ ਲਵਾ ਦਿਆਂਗੇ ਉਹਦੇ ਤੇ। ਇਹ ਕਹਿੰਦੇ ਹੁੰਦੇ ਸੀ ਕਿ ਵੀ ਅਸੀਂ ਤਾਂ ਭਾਰੀ ਦੇ ਮੰਗੇ ਨਾ, ਸਾਡੇ ਕੋਲ ਤਾਂ ਕੋਈ ਰੌਲਾ ਹੀ ਨਹੀਂ ਹੈ, ਪੈਸਿਆਂ ਦੀ ਤਾਂ ਕੋਈ ਕਮੀ ਹੈ ਨਹੀਂ। ਔਰ ਤੁਹਾਡੇ ਯਾਦ ਹੋਣਾ ਜਦੋਂ ਖਜ਼ਾਨਾ ਖਾਲੀ ਗੱਲ ਦੀ ਗੱਲ, ਕਾਂਗਰਸ ਵੇਲੇ ਮਨਪ੍ਰੀਤ ਵੀ ਕਰਦਾ ਹੁੰਦਾ ਸੀ, ਪਹਿਲਾਂ ਵੀ ਹੁੰਦੀਆਂ ਸੀ। ਉਦੋਂ ਪ੍ਰਕਾਸ਼ ਸਿੰਘ ਬਾਦਲ ਇੱਕ ਗੱਲ ਕਹਿੰਦੇ ਹੁੰਦੇ ਸੀ, ਭਾਈ ਜਿਹੜਾ ਪੈਸਾ ਜਿਹੜਾ ਕੋਈ ਸਰਕਾਰ ਤੁਹਾਨੂੰ ਇਕੱਠਾ ਕਰਕੇ ਨਹੀਂ ਦੇ ਕੇ ਜਾਂਦੀ ਹੁੰਦੀ। ਬਿਲਕੁਲ, ਇਧਰੋਂ ਆਇਆ ਤੇ ਇੱਧਰ ਲਾਇਆ, ਉਦੋਂ ਇਧਰੋਂ ਆਇਆ ਤੇ ਉਧਰੋਂ ਲਾਇਆ। ਤੁਸੀਂ ਪੈਸਾ ਤੁਸੀਂ ਆਪ ਇਕੱਠਾ ਕਰਨਾ, ਉਹ ਪੈਸਾ ਤੁਸੀਂ ਕਿੱਥੋਂ ਲੈ ਕੇ ਆਉਣਾ ਤੁਸੀਂ ਸੋਚਣਾ। ਖਰਚਾ ਤੁਸੀਂ ਕਿਵੇਂ ਕਰਨਾ ਹੈ, ਤੁਸੀਂ ਦੇਖਣਾ ਕਿ ਤੁਹਾਡੇ ਕੋਲ ਆਮਦਨ ਕਿੰਨੀ ਹੈ ਤੇ ਪੈਸਾ ਤੁਸੀਂ ਕਿੰਨਾ ਖਰਚ ਕਰਨਾ ਹੈ। ਜੇ ਆਮਦਨ ਤੋਂ ਵੱਧ ਖਰਚਾ ਕਰੋਗੇ ਤਾਂ ਫਿਰ ਮਰਾਂਗੇ। ਬਿਲਕੁਲ ਜੀ, ਇਹ ਤਾਂ ਪੁਰਾਣੀ ਕਹਾਵਤ ਹੀ ਹੈ ਜੀ। ਹਾਂਜੀ। ਤੇ ਕੱਲ ਮੁੱਖ ਮੰਤਰੀ ਦੀ ਕੋਠੀ ਅੱਗੇ ਗਏ ਸੀਗੇ ਵਿਚਾਰੇ ਮਜ਼ਦੂਰ, ਤੇ ਉਹਨਾਂ ਨੂੰ ਦੇਤੀ ਮਜ਼ਦੂਰੀ ਜੀ ਤਸੱਲੀ ਨਾਲ। ਕਹਿੰਦੇ ਦੇਖੋ ਜੀ, ਗੱਲ ਇਹ ਵੀ ਮਜ਼ਦੂਰ ਹੈ। ਜੇ ਆਪਾਂ ਮਜ਼ਦੂਰਾਂ ਦੀ ਹਾਲਤ ਦੇਖੀਏ, ਕੋਈ ਸ਼ੱਕ ਨਹੀਂ ਕਿ ਕਿਸਾਨਾਂ ਦਾ ਵੀ ਹਾਲ ਮਾੜਾ ਹੈ। ਲੇਕਿਨ ਕਿਸਾਨਾਂ ਨੂੰ ਤਾਂ ਫਿਰ ਵੀ ਚਲੋ ਥੋੜੀ ਬਹੁਤੀ ਜ਼ਮੀਨ ਹੁੰਦੀ ਹੈ, ਜ਼ਮੀਨ ਦੇ ਉੱਤੇ ਸ਼ਾਹੂਕਾਰ ਮਾੜਾ ਮੋਟਾ ਕਰਜ਼ਾ ਦੇ ਦਿੰਦਾ ਹੈ। ਤੇ ਕਿਸਾਨਾਂ ਦੇ ਨਾਲ ਜਿਹੜੇ ਹੈਗੀ ਹੈ ਨਿਰਭਰਤਾ ਜ਼ਮੀਨ ਦੇ ਉੱਤੇ ਖੇਤ ਮਜ਼ਦੂਰਾਂ ਦੀ ਵੀ ਹੈ। ਜਦੋਂ ਫਸਲਾਂ ਪ੍ਰਾਪਰ ਨਹੀਂ ਹੁੰਦੀਆਂ, ਜੇ ਫਸਲਾਂ ਹੋ ਜਾਣਗੀਆਂ ਤੇ ਪ੍ਰਾਪਰ ਕੀਮਤ ਨਹੀਂ ਮਿਲਦੀ, ਉਹਦੀ ਆਰਥਿਕ ਮਾਰ ਜੇ ਕਿਸਾਨ ਤੇ ਪੈਣੀ ਹੈ ਤੇ ਕਿਸਾਨ ਦੇ ਸਾਂਝੀਦਾਰ ਮਜ਼ਦੂਰ ਤੇ ਵੀ ਪੈਣੀ ਹੈ ਜੀ। ਇਹ ਆਪਣੀ ਥਾਂ ਦੇ ਉੱਤੇ ਠੀਕ ਹੈ। ਤੇ ਇਹਦੇ ਤੇ ਇੱਕ ਬਹਿਸ ਵੀ ਚੱਲ ਰਹੀ ਹੈ ਇਸ ਵੇਲੇ ਕਿ ਜਦੋਂ ਦਿੱਲੀ ਦੇ ਬਾਰਡਰ ਦੇ ਉੱਤੇ ਕਿਸਾਨ ਮੋਰਚਾ ਲਾ ਕੇ ਬੈਠੇ ਸੀਗੇ 3 ਕਾਲੇ ਕਾਨੂੰਨਾਂ ਦੇ ਖਿਲਾਫ,
ਉਸ ਵੇਲੇ ਮਜ਼ਦੂਰਾਂ ਨੇ ਵੀ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦਿੱਤਾ ਸੀ। ਆੜ੍ਹਤੀਆਂ ਨੇ ਵੀ ਸਾਥ ਦਿੱਤਾ ਸੀ, ਦੂਜੇ ਜਿਹੜੇ ਹੈਗੇ ਆ ਆਪਣੇ ਭਾਈਚਾਰੇ ਉਹਨਾਂ ਨੇ ਵੀ ਸਾਥ ਦਿੱਤਾ ਸੀ, ਕਿਉਂਕਿ ਸਭ ਦੀ ਜਿਹੜੀ ਹੈਗੀ ਆਰਥਿਕਤਾ ਖੇਤੀ ਨਾਲ ਜੁੜੀ ਹੋਈ ਹੈ ਜੀ। ਸਾਡੇ ਜਿਹੜੀ ਹੈਗੀ 70% ਦੀ ਜਿਹੜੀ ਆਰਥਿਕਤਾ ਸਾਡੀ ਖੇਤੀ ਦੇ ਉੱਤੇ ਖੜੀ ਹੈ। ਸੰਕਟ ਲਗਾਤਾਰ ਵੱਧ ਰਿਹਾ ਤੇ ਹੁਣ ਜਿਹੜੇ ਮਜ਼ਦੂਰਾਂ ਨੂੰ ਦਾਨੇ ਵਾਲੀਆ ਸਾਹਿਬ ਜਿਹਨਾਂ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਦੇ ਵਿੱਚ ਇੱਕ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਲਗਾਤਾਰ ਜਿਹੜੀ ਹੈਗੀ ਹੈ ਉਜਰਤ ਨਹੀਂ ਮਿਲਦੀ, ਉਹਨਾਂ ਨੂੰ ਕੰਮ ਨਹੀਂ ਮਿਲਦਾ, ਕੰਮ ਦੇ ਬਦਲੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਜਾਂ ਦਿਹਾੜੀ ਨਹੀਂ ਮਿਲਦੀ। ਜੇ ਆਪਾਂ ਠੇਠ ਪੰਜਾਬੀ ਦੀ ਗੱਲ ਕਰੀਏ, ਉਹਨਾਂ ਦਾ ਦਿਹਾੜੀ ਨਾ ਮਿਲਣ ਦਾ ਕਾਰਨ ਕੀ ਹੈ ਜੀ? ਇੱਕ ਤਾਂ ਇਹਦਾ ਇਹ ਹੈ ਕਿ ਖੇਤੀਬਾੜੀ ਦੇ ਵਿੱਚ ਮਸ਼ੀਨਰੀ ਦਾ ਦਖਲ ਹੋ ਗਿਆ। ਪਹਿਲਾਂ ਆਪਾਂ ਹੱਥਾਂ ਨਾਲ ਕੰਮ ਕਰਦੇ ਹੁੰਦੇ ਸੀ, ਉਦੋਂ ਸਿਰਾਂ ਦੀ ਤੇ ਬੰਦਿਆਂ ਦੇ ਹੱਥਾਂ ਦੀ ਕੀਮਤ ਹੁੰਦੀ ਸੀ। ਹੁਣ ਜਦੋਂ ਤੁਹਾਡੇ ਕੋਲੇ ਟਰੈਕਟਰ ਵੀ ਆ ਗਏ, ਤੁਹਾਡੇ ਕੋਲੇ ਕਲਟੀਵੇਟਰ ਵੀ ਆ ਗਏ, ਤੁਹਾਡੇ ਕੋਲੇ ਆ ਜਿਹੜੀਆਂ ਹੈਗੀਆਂ ਮਸ਼ੀਨਾਂ ਵੀ ਆ ਗਈਆਂ ਜਿਨ੍ਹਾਂ ਨੇ ਝੋਨਾ ਤੇ ਕਣਕ ਵੀ ਥੋੜੀ ਵੱਢ ਲੈਣੀ ਹੈ ਜੀ ਜੀ, ਉਹਦੇ ਤੇ ਫਿਰ ਇਹ ਹੈ ਵੀ ਜਿਵੇਂ ਜਿਵੇਂ ਉਹਨਾਂ ਦਾ ਆਉਂਦਾ ਤੇ ਉਹ ਜਿਹੜੇ ਕੰਮ ਦੇ ਮੌਕੇ ਘਟਦੇ ਹੈ। ਕੰਮ ਦੇ ਮੌਕੇ ਘਟਣਗੇ ਤਾਂ ਫਿਰ ਉਹਨਾਂ ਨੂੰ ਤਨਖਾਹ ਕਿੱਥੋਂ ਮਿਲੂਗੀ? ਬਿਲਕੁਲ, ਤਨਖਾਹ ਨਹੀਂ ਉਹਨਾਂ ਨੂੰ ਮਿਲਦੀ। ਇਹ ਜਿਹੜੀ ਪਿਛਲੀ ਸਰਕਾਰ ਸੀ ਨਾ ਡਾਕਟਰ ਮਨਮੋਹਨ ਸਿੰਘ ਵਾਲੀ, ਪਹਿਲੀ ਸਰਕਾਰ ਸੀ ਜਿਹਨੂੰ ਆਪਾਂ ਕਹਿ ਦਈਏ 2004 ਤੋਂ ਲੈ ਕੇ 2009 ਵਾਲੀ ਜੀ, ਉਹ ਸਰਕਾਰ ਕੱਲੀ ਕਾਂਗਰਸ ਪਾਰਟੀ ਦੀ ਨਹੀਂ ਸੀ। ਉਹਦੇ ਵਿੱਚ ਹੋਰ ਪਾਰਟੀਆਂ ਵੀ ਭਾਗੀਦਾਰ ਸੀ ਜੀ। ਉਹਦੇ ਵਿੱਚ ਕੁਝ ਜਿਹੜੀਆਂ ਹੈਗੀਆਂ ਉਹ ਪਾਰਟੀਆਂ ਵੀ ਭਾਗੀਦਾਰ ਸੀ ਜਿਹੜੀਆਂ ਮਜ਼ਦੂਰਾਂ ਦੇ ਦਰਦ ਨੂੰ ਸਮਝਦੀਆਂ। ਉਹਨਾਂ ਪਾਰਟੀਆਂ ਨੇ ਜਿਹੜਾ ਇੱਕ ਸਾਂਝਾ ਘੱਟੋ ਘੱਟ ਜਿਹੜਾ ਮਿਨੀਮਮ ਪ੍ਰੋਗਰਾਮ ਬਣਾਇਆ ਸੀ, ਸਾਂਝਾ ਪ੍ਰੋਗਰਾਮ ਬਣਾਇਆ ਸੀ ਜੀ। ਉਸ ਸਾਂਝੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਇੱਕ ਕੰਡੀਸ਼ਨ ਇਹ ਰੱਖੀ ਸੀ ਕਿ ਆਪਾਂ ਜਿਹੜੇ ਮਜ਼ਦੂਰ ਆ, ਮਜ਼ਦੂਰਾਂ ਨੂੰ ਘੱਟੋ ਘੱਟ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਬੰਦੇ ਆ, ਜਿਹੜੇ ਅਨਆਰਗੇਨਾਈਜ਼ਡ ਸੈਕਟਰ ਹੈ, ਕਿਉਂਕਿ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਆ, ਦਫ਼ਤਰਾਂ 'ਚ ਕੰਮ ਕਰਦੇ, ਉਹ ਆਰਗੇਨਾਈਜ਼ਡ ਸੈਕਟਰ ਹੁੰਦਾ ਹੈ। ਬਿਲਕੁਲ, ਉਹਨਾਂ ਨਾਲ ਜੇ ਕੋਈ ਮਾੜੀ ਮੋਟੀ ਧੱਕਾ ਧੁੰਮਾ ਹੁੰਦਾ ਤਾਂ ਨਾਲ ਦੀ ਨਾਲ ਉਹਨਾਂ ਦੀ ਯੂਨੀਅਨ ਬਣੀ ਹੁੰਦੀ ਹੈ, ਉਹ ਧਰਨੇ ਮੁਜ਼ਾਹਰੇ ਆਪਦੇ ਸ਼ੁਰੂ ਕਰ ਦਿੰਦੇ ਆ। ਪਰ ਅਨਆਰਗੇਨਾਈਜ਼ਡ ਸੈਕਟਰ ਜਿਹੜਾ ਹੈਗਾ ਉਹਦਾ ਕਿਸੇ ਨੇ ਕੋਈ ਮਤਲਬ ਜਿਹੜਾ ਹੈਗਾ ਕੋਈ ਸਾਰ ਨਹੀਂ ਲੈਂਦਾ। ਬਿਲਕੁਲ, ਭਾਵੇਂ ਉਹਨਾਂ ਦੀਆਂ ਜਥੇਬੰਦੀਆਂ ਬਣੀਆਂ, ਲੋਕ ਸਾਰੇ ਜਥੇਬੰਦ ਉਹਦੇ ਵਿੱਚ ਨਹੀਂ ਹੁੰਦੇ। ਉਦੋਂ ਫਿਰ ਜਿਹੜਾ ਪ੍ਰੈਸ਼ਰ ਪਿਆ ਸੀਗਾ, ਸਾਂਝਾ ਜਿਹੜਾ ਪ੍ਰੋਗਰਾਮ ਬਣਿਆ ਸੀ ਤੇ ਉਸ ਪ੍ਰੋਗਰਾਮ ਦੇ ਵਿੱਚ ਇਹ ਸੀ ਕਿ ਇਹਨਾਂ ਦੇ ਲਈ ਕੋਈ ਮਜ਼ਦੂਰੀ ਦਾ ਪ੍ਰਬੰਧ ਕੀਤਾ ਜਾਵੇ। ਤੇ ਦਾਨੇ ਵਾਲੀਆ ਸਾਹਿਬ ਜੀ ਉਦੋਂ ਨਰੇਗਾ ਨਾਂ ਦੀ ਇੱਕ ਜਿਹੜੀ ਹੈਗੀ ਹੈ ਯੋਜਨਾ ਚਲਾਈ ਸੀ। ਹਾਂਜੀ, ਹਾਂ, ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ ਦਾ ਨਾਂ ਸੀ। ਫਿਰ ਉਹਨੂੰ ਆਪਾਂ ਨਰੇਗਾ ਕਹਿੰਦੇ ਹੁੰਦੇ ਸੀ। ਉਹ ਨਰੇਗਾ ਸੀ ਤੇ ਉਹਦੇ ਵਿੱਚ ਸ਼ੁਰੂ 'ਚ ਇਹ ਪ੍ਰਬੰਧ ਕੀਤਾ ਗਿਆ ਸੀ ਕਿ ਸਾਰੇ ਜਿੰਨੇ ਪਿੰਡਾਂ ਵਾਲੇ ਮਜ਼ਦੂਰ ਹੈ, ਇਹਨਾਂ ਮਜ਼ਦੂਰਾਂ ਨੂੰ 100 ਦਿਨ ਕੰਮ ਦਿੱਤਾ ਜਾਵੇ ਜੀ। ਵੱਖ-ਵੱਖ ਸੂਬਿਆਂ ਦੇ ਲਈ ਉਹਨਾਂ ਦੀ ਵੱਖ-ਵੱਖ ਦਿਹਾੜੀ ਫਿਕਸ ਕੀਤੀ ਗਈ ਸੀ, ਕਿਉਂਕਿ ਜੇ ਆਪਾਂ ਬਿਹਾਰ ਦੀ ਗੱਲ ਕਰਾਂਗੇ, ਬਿਹਾਰ ਦੇ ਵਿੱਚ ਉਨੀ ਦਿਹਾੜੀ ਨਹੀਂ ਮਿਲਦੀ ਜਿੰਨੀ ਪੰਜਾਬ 'ਚ ਮਿਲਦੀ ਹੈ। ਤੇ ਉਹਨਾਂ ਨੇ ਉਵੇਂ ਉਹਨਾਂ ਦੀ ਦਿਹਾੜੀ ਫਿਕਸ ਕਰਤੀ ਸੀ। ਇਹਦੇ ਵਾਸਤੇ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਰਾਜਾਂ ਨੂੰ ਅਸੀਂ ਪੈਸਾ ਦੇਵਾਂਗੇ ਜੀ, ਤੁਸੀਂ ਸਾਨੂੰ ਯੋਜਨਾਵਾਂ ਬਣਾ ਕੇ ਭੇਜੋ ਤੇ ਅਸੀਂ ਤੁਹਾਡੀਆਂ ਯੋਜਨਾਵਾਂ ਦੇ ਮੁਤਾਬਕ ਪੈਸਾ ਦੇ ਦਿਆਂਗੇ। ਹੁਣ ਸਥਿਤੀ ਕੀ ਹੈ? ਕੰਮ 100 ਦਿਨ ਦੇਣਾ, ਜੌਬ ਕਾਰਡ ਉਹਨਾਂ ਦੇ ਬਣੇ ਹੋਏ ਹੈ ਜੀ। ਕੇਂਦਰ ਸਰਕਾਰ ਤੋਂ ਜਾਂ ਤਾਂ ਅਸੀਂ ਸੂਬਾ ਸਰਕਾਰ ਜਿਹੜੀ ਹੈ ਪੈਸਾ ਲੈਣ ਦੇ ਵਿੱਚ ਫੇਲ ਹੋ ਰਹੀ ਹੈ, ਕਿਉਂਕਿ ਮਾੜਾ ਮੋਟਾ ਹਿੱਸਾ ਪੱਤੀ ਤਾਂ ਆਪਣਾ ਵੀ ਪਾਉਣਾ ਹੁੰਦਾ ਹੈ। ਬਿਲਕੁਲ, ਜਿਹੜਾ ਉਹ ਡਿਸਟ੍ਰੀਬਿਊਸ਼ਨ ਦੇ ਉੱਤੇ ਤਕਸੀਮ ਕਰਨਾ, ਪੈਸਾ ਖਰਚ ਉਹਦੇ ਤੇ ਵੀ ਆਉਂਦਾ ਹੈ। ਤੇ ਜਾਂ ਮਤਲਬ ਵੀ ਕੇਂਦਰ ਸਰਕਾਰ ਪੰਜਾਬ ਦੇ ਨਾਲ ਵਿਤਕਰਾ ਕਰਦੀ ਹੈ ਜੀ। ਪਿਛਲੇ ਕੁਝ ਮਹੀਨਿਆਂ ਤੋਂ ਇਹ ਗੱਲ ਆ ਰਹੀ ਹੈ ਕਿ ਲਗਾਤਾਰ ਨਰੇਗਾ ਵਾਲਾ ਪੈਸਾ ਨਹੀਂ ਆ ਰਿਹਾ। ਇੱਕ ਪਾਸੇ ਨਰੇਗਾ ਵਾਲਾ ਪੈਸਾ ਨਹੀਂ ਆ ਰਿਹਾ, ਦੂਜੇ ਪਾਸੇ ਪਿੰਡਾਂ ਦੇ ਵਿੱਚ ਜਿਹੜਾ ਡਿਵੈਲਪਮੈਂਟ ਦਾ ਕੰਮ ਚੱਲਦਾ ਹੁੰਦਾ ਉਹ ਵੀ ਰੁਕਿਆ ਪਿਆ। ਉਹ ਤਾਂ ਘਰ ਰਿਸ਼ਤੇ ਦਾ ਕਰਕੇ ਰੁਕਿਆ ਪਿਆ। ਚਲੋ ਮੰਨ ਲਓ ਕਈ ਥਾਵਾਂ ਦੇ ਉੱਤੇ ਕੁਝ ਉਦਮੀ ਪੰਚਾਇਤਾਂ ਹੁੰਦੀਆਂ, ਉਹ ਆਪਣੇ ਕੋਲੋਂ ਪੈਸੇ ਪੁੱਛਦਾ ਵੀ ਕੋਈ ਗੱਲ ਨਹੀਂ ਸਰਪੰਚ ਸਾਹਿਬ, ਮੈਂਬਰੋ ਤੁਸੀਂ ਆਪਦੇ ਕੋਲੋਂ ਲਾ ਦਿਓ, ਆਪਣੇ ਡਰਾ ਤਾਂ ਹੋ ਹੀ ਜਾਣੇ। ਜ਼ਮੀਨ ਆਪਾਂ ਠੇਕੇ ਤੇ ਦੇਣੀ ਹੈ, ਕੁਛ ਆਪਾਂ ਟੈਕਸ ਟੂ ਕਲੈਕਟ ਕਰਨੇ ਹੈ, ਉਹ ਪੈਸੇ ਸਾਰੇ ਦਾਨੇ ਵਾਲੀਆ ਜੀ ਉਹਨਾਂ ਦੀ ਜਮਾ ਹੋ ਜਾਂਦੇ ਖਾਤੇ ਦੇ ਵਿੱਚ। ਹੁਣ ਜਿਹੜੇ ਖਾਤੇ ਚੋਂ ਪੈਸੇ ਕਢਾਉਣੇ ਉੱਥੇ ਪੰਗਾ ਹੈ। ਕੱਲਾ ਸਰਪੰਚ ਕੋਈ ਜਿਹੜਾ ਹੈਗਾ ਉਹ ਪੈਸੇ ਨਹੀਂ ਕਢਵਾ ਸਕਦਾ ਜੀ। ਪੰਚਾਇਤ ਸਕੱਤਰ ਦੇ ਵੀ ਨਾਲ ਸਿਗਨੇਚਰ ਹੋਣਗੇ ਤੇ ਨਾਲ ਜਿਹੜੇ ਹੈਗੇ ਆ BDO ਦਫ਼ਤਰ ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰਤੀਨਿਧਿਕ ਬਲਾਕ ਸੰਮਤੀ ਵੱਲੋਂ ਨਿਯੁਕਤ ਕੀਤਾ ਹੁੰਦਾ, ਉਹਦੇ ਵੀ ਦਸਤਖਤ ਹੋਣੇ। ਉਹ ਫਿਰ ਦਸਤਖਤ ਨਹੀਂ ਜੀ ਕਰਦੇ, ਉਹ ਕਹਿੰਦੇ ਭਾਈ ਪਹਿਲਾਂ ਸਾਨੂੰ ਹਿੱਸਾ ਦਿਓ। ਹਾਂ, ਆਹੀ ਹਿੱਸਿਆਂ ਦਾ ਹੀ ਰੌਲਾ, ਇਹ ਹਿੱਸਿਆਂ ਦਾ ਰੌਲਾ। ਕਹਿੰਦੇ ਸਾਨੂੰ ਹਿੱਸਾ ਦਿਓ। ਉਹ ਪਰਸੈਂਟੇਜ ਹੁੰਦੀ ਹੈ 25 30% ਤੱਕ, ਕਹਿੰਦੇ ਆਰਾਮ ਨਾਲ ਹੀ ਲੈ ਜਾਂਦੇ ਹੈ। ਦੱਸੋ, ਜਦੋਂ 25-30% ਨਿਕਲ ਗਏ ਤੇ ਉਹਦੇ ਨਾਲ ਫਿਰ ਉਹ ਪੰਚਾਇਤਾਂ ਵਾਲੇ ਕਿੱਥੋਂ ਉਹਨਾਂ ਨੂੰ ਦੇਣਗੇ? ਤੇ ਗਰੰਟੀ ਜਿਹੜੀ ਹੈਗੀ ਆ ਰੁਜ਼ਗਾਰ ਵਾਲੀ ਦਿੱਤੀ, ਉਹ ਰੁਜ਼ਗਾਰ ਗਰੰਟੀ ਕਿਵੇਂ ਪੂਰੀ ਹੋਊਗੀ? ਫਿਰ ਤਾਂ ਫਿਰ ਜਾਲੀ ਹਾਜ਼ਰੀਆਂ ਲੱਗਣਗੀਆਂ। ਉਹ ਫਿਰ ਜਾਲੀ ਹਾਜ਼ਰੀਆਂ ਲੱਗਣਗੀਆਂ, ਫਿਰ ਉਹ ਸਰਪੰਚ ਖਾ ਜਾਂਦੇ ਆ। ਜਿਹੜੇ ਬੰਦੇ ਹੁੰਦੇ ਹੀ ਨਹੀਂ ਉਹਨਾਂ ਦੇ ਨਾਂ ਭਰੇ ਜਾਂਦੇ ਆ ਤੇ ਨਰੇਗਾ ਵਾਲਿਆਂ ਨੂੰ ਤਨਖਾਹਾਂ ਨਹੀਂ ਮਿਲਦੀਆਂ। ਫਿਰ ਉਹ ਕੰਮ ਤਾਂ ਹੋਵੇ ਕਿਵੇਂ ਮਿਲਦੀਆਂ, ਤਾਂ ਪੜ੍ਹਦੇ ਹੀ ਨਹੀਂ। ਉਹਨਾਂ ਤਨਖਾਹ ਕੀ, ਉਹਨਾਂ ਦਾ ਕੰਮ, ਉਹਨਾਂ ਨੂੰ ਜੌਬ ਕਾਰਡ ਹੀ ਨਹੀਂ ਮਿਲਦੇ ਜੀ। ਇਹਨਾਂ ਨੇ ਇਸ ਕਰਕੇ ਮੰਗ ਕੀਤੀ ਹੈ, ਕਹਿੰਦੇ ਵੀ ਇੱਕ ਤਾਂ ਤੁਸੀਂ ਨਰੇਗਾ ਵਾਸਤੇ ਜਿਹੜੇ ਪੈਸੇ ਦੇਣੇ ਆ ਉਹ ਪੈਸੇ ਸੈਂਟਰ ਸਰਕਾਰ ਦੇਵੇ, ਕੁਛ ਵੀ ਕਰੇ। ਦੂਜੀ ਗੱਲ, ਜਿਵੇਂ ਮਹਿੰਗਾਈ ਵੱਧਦੀ ਹੈ ਜੀ,
ਇਹ ਤੁਸੀਂ ਦੇਖੋ ਕਿ ਲਗਾਤਾਰ ਹੁਣ ਕੱਚੇ ਤੇਲ ਦੀਆਂ ਕੀਮਤਾਂ ਡਾਊਨ ਹੋ ਰਹੀਆਂ, ਲੇਕਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਉੱਥੇ ਹੀ ਹੈ। ਉੱਥੇ ਹੀ ਖੜੀਆਂ। ਚਲੋ ਖੇਤੀਬਾੜੀ ਦੇ ਵਿੱਚ ਡੀਜ਼ਲ ਵਰਤਿਆ ਜਾਂਦਾ, ਲੇਕਿਨ ਜਿਹੜੇ ਲੋਕ ਕੰਮ ਧੰਦਾ ਕਰਨ ਵਾਲੇ ਬੰਦੇ, ਅੱਜ ਕੱਲ ਤਾਂ ਸਕੂਟਰ ਮੋਟਰਸਾਈਕਲ ਹਰੇਕ ਨੂੰ ਚਲਾਉਣਾ ਪੈਂਦਾ, ਉੱਥੇ ਵੀ ਖਰਚਾ ਹੁੰਦਾ ਹੈ। ਆਪਾਂ ਇੱਕ ਸੂਚਕ ਅੰਕ ਬਾਰੇ ਸੋਚਦੇ ਹੁੰਦੇ ਸੀ, ਕਿਸਾਨ ਆਗੂ ਕਰਦੇ ਹੁੰਦੇ ਸੀ ਕਿ ਜੀ ਸੂਚਕ ਅੰਕ ਦੇ ਨਾਲ ਜੋੜ ਦਿਓ ਕਣਕ ਦੇ ਭਾਅ, ਝੋਨੇ ਦੇ ਭਾਅ। ਉਹ ਸੂਚਕ ਅੰਕ ਦਾ ਮਤਲਬ ਇਹ ਹੁੰਦਾ ਸੀਗਾ ਕਿ 1965 ਦੇ ਵਿੱਚ ਜਿੰਨੀ ਜਿਹੜਾ ਤੇਲ ਦਾ ਲੀਟਰ ਕਿੰਨੇ ਦਾ ਆਉਂਦਾ ਸੀ ਜੀ, ਉਹਦਾ ਕੀ ਸੀ ਵੀ ਉਹ ਇੱਕ ਤੁਸੀਂ ਆਪਣਾ ਮਿਥ ਲਓ, ਇੱਕ ਸੀਮਾ ਮਿਥ ਲਓ। ਉਸ ਸੀਮਾ ਦੇ ਮੁਤਾਬਕ ਜਿਵੇਂ ਜਿਵੇਂ ਮਹਿੰਗਾਈ ਵਧੀ ਜਾਂਦੀ ਹੈ, ਉਵੇਂ ਜਿਵੇਂ ਜਿਹੜੇ ਹੈਗੇ ਫਸਲਾਂ ਦੇ ਰੇਟ ਵਧਾਈ ਚਲੋ ਜੀ। ਇਸੇ ਤਰੀਕੇ ਉਹਨੇ ਕਹਿੰਦੇ ਆ ਭਾਈ ਸਾਡੇ ਰੇਟ ਤੁਸੀਂ ਵਧਾ ਦਿਓ। ਹੁਣ ਜਿਹੜਾ ਹੈਗਾ ਉਹ 300 ਰੁਪਈਆ ਦਾ ਟਾਈਮ ਨਹੀਂ ਰਿਹਾ, ਘੱਟੋ ਘੱਟ 700 ਰੁਪਈਆ ਸਾਨੂੰ ਨਰੇਗਾ ਦੀ ਮਜ਼ਦੂਰੀ ਦਿਓ, ਔਰ ਸਾਲ ਭਰ ਜਿਹੜਾ ਹੈਗਾ ਕੰਮ ਦੀ ਗਰੰਟੀ ਦਿਓ, ਪਿੰਡਾਂ ਦੇ ਵਿੱਚ ਕੰਮ ਕਰਾਓ, ਖੇਤਾਂ 'ਚ ਕੰਮ ਕਰਾਓ, ਜਿੱਥੇ ਮਰਜ਼ੀ ਕਰਵਾਓ, ਜੀ ਜੀ, ਕੰਮ ਕਰਨ ਵਾਸਤੇ ਅਸੀਂ ਤਿਆਰ ਹਾਂ। ਦੂਜੀ ਗੱਲ ਹੈ ਕਿ ਅੱਜ ਕੱਲ ਤੁਹਾਨੂੰ ਪਤਾ ਪਰਿਵਾਰਾਂ 'ਚ ਵਾਧਾ ਹੋਈ ਜਾਂਦਾ ਹੈ, ਇਹਨਾਂ ਦੇ ਕੋਲੇ ਜ਼ਮੀਨਾਂ ਜਾਇਦਾਦਾਂ ਹੈ ਨਹੀਂ ਗੀਆਂ। ਹਰ ਸਰਕਾਰ ਜੀ ਨੇ ਇਹਨਾਂ ਦੀ ਵੋਟ ਲੈਣੀ ਹੁੰਦੀ, ਉਹ ਆ ਕੇ ਪਹਿਲਾਂ ਇਹਨਾਂ ਨੂੰ ਲਾਲੀਪੋਪ ਦਿੰਦੀ ਹੈ ਜੀ, ਵੀ ਜੀ ਤੁਹਾਨੂੰ 5-5 ਮਰਲਿਆਂ ਦੇ ਅਸੀਂ ਦੇ ਦਿਆਂਗੇ, ਪਲਾਟ ਵੀ ਦੇ ਦਿਆਂਗੇ, ਤੁਹਾਨੂੰ ਉੱਥੇ ਘਰ ਵੀ ਬਣਾ ਦਿਆਂਗੇ, ਤੁਹਾਡੇ ਅਸੀਂ ਫਲੈਟ ਬਣਾ ਦਿਆਂਗੇ, ਜੇ ਕੁਝ ਕਰਦੇ ਹੁੰਦੇ ਹੈ। ਤੇ ਸੁੱਖ ਨਾਲ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਜਿਹੜੀ ਸਾਡੀ ਦਲਿਤ ਭਾਈਚਾਰੇ ਦੀ ਵਸੋਂ ਹੈ, ਜਿਹਦੇ ਵਿੱਚੋਂ ਜ਼ਿਆਦਾਤਰ ਗਰੀਬ ਆਉਂਦੇ ਹੈਗੇ, ਦਿਹਾੜੀਦਾਰ ਕੰਮ ਹੁੰਦੇ, ਵੈਸੇ ਅੱਜ ਕੱਲ ਤਾਂ ਜ਼ਿਮੀਂਦਾਰਾਂ ਚੋਂ ਵੀ ਆਉਣ ਲੱਗੇ, ਜ਼ਮੀਨਾਂ ਤਾਂ ਉੱਥੇ ਬਿਲਕੁਲ ਬਿਲਕੁਲ। ਤੁਸੀਂ ਮਜ਼ਦੂਰ ਚੌਂਕਾਂ ਦੇ ਵਿੱਚ ਦੇਖ ਲਓ ਹਾਲ ਇਹੀ ਹੈ, ਟਿਫਨ ਲੈ ਕੇ ਆਉਂਦੇ, ਜਿਹੜੇ ਟਿਫਨ ਲੈ ਕੇ ਆਉਂਦੇ, ਜਿਹੜੇ ਮਤਲਬ ਪਿੰਡ 'ਚ ਦਿਹਾੜੀ ਨਹੀਂ ਕਰ ਸਕਦੇ, ਉਹ ਚੌਕ 'ਚ ਆ ਜਾਂਦੇ ਹੈ ਜੀ, ਟਿਫਨ ਉਹਨਾਂ ਦੇ ਹੱਥ 'ਚ ਫੜੇ ਹੁੰਦੇ ਹੈ। ਉਹਨਾਂ ਦੇ ਲਈ ਵੀ ਹੁਣ ਜ਼ਰੂਰੀ ਹੈ ਜੀ ਵੀ ਉਹ ਕਹਿੰਦੇ ਵੀ ਸਾਡੇ ਵਾਸਤੇ ਕੁਝ ਦਿਓ, ਕੁਛ ਨਾ ਕੁਛ ਤੁਸੀਂ ਘਰ ਘਰ ਬਣਾ ਕੇ ਦਿਓ। ਘਰ ਹੁਣ ਬਣਾਉਣ ਵਾਲੀ ਗੱਲ ਹੈ ਨੀ ਗੀ ਜੀ। ਔਰ ਜੇ ਆਪਾਂ ਪਾਪੂਲੇਸ਼ਨ ਦੇਖੀਏ ਤਾਂ ਮੇਰੇ ਖਿਆਲ ਮੁਤਾਬਕ 32-33% ਤਾਂ ਸਰਕਾਰ ਮੰਨਦੀ ਹੈ। ਜਿਹੜੀ ਹੈ ਪਿਛਲੀ ਹੋਈ ਸੀਗੀ ਗਣਨਾ ਜੀ ਜੀ, ਜਿਹਨੂੰ ਆਪਾਂ ਮਰਦਮਸ਼ੁਮਾਰੀ ਅੰਗਰੇਜ਼ੀ 'ਚ ਪੰਜਾਬੀ ਮਰਦਮਸ਼ੁਮਾਰੀ ਦੇ ਮੁਤਾਬਕ 32-33% ਦਲਿਤ ਵਸੋਂ ਬਣਦੀ ਹੈ। ਲੇਕਿਨ ਜੇ ਸੀਟਾਂ ਦੇ ਲਿਹਾਜ਼ ਨਾਲ ਦੇਖੀਏ, ਆਪਾਂ ਸਾਰੇ ਨਾਲ ਦੇਖੀਏ, ਜੇ ਨਵੇਂ ਅੰਕੜੇ ਅੱਜ ਦੇ ਸਮੇਂ 'ਚ ਦੇਖੀ ਤਾਂ ਮੈਂ ਇੱਕ ਤਾਂ ਪੜ੍ਹਿਆ ਸੀ ਕਿ ਇਹ ਪਾਪੂਲੇਸ਼ਨ ਵੱਧ ਕੇ 36-37% ਤੱਕ ਚਲੀ ਜਾਂਦੀ ਹੈ। ਉਹਦੇ ਮੁਤਾਬਕ ਜਦੋਂ ਹੁਣ ਪਾਪੂਲੇਸ਼ਨ ਵਧੀ ਜਾਂਦੀ ਹੈ, ਜ਼ਮੀਨਾਂ ਹੈ ਨਹੀਂ ਗੀਆਂ, ਘਰ ਘਟੀ ਜਾਂਦੇ ਹੈ, ਉਹ ਫਿਰ ਕਹਿੰਦੇ ਸਾਨੂੰ 5-5 ਮਰਲਿਆਂ ਦੇ ਦਿਓ ਜੀ ਪਲਾਟ ਵੀ। ਤੇ ਪਲਾਟ ਉਹ ਮੰਗਦੇ ਹੈ। ਪਲਾਟ ਸਰਕਾਰ ਨੇ ਕਿਹਾ ਸੀ ਜੀ ਨਾਲ ਦੀ ਨਾਲ ਹੀ ਦੇ ਦੇਣਗੇ। ਸਰਕਾਰ ਬਣੀ ਨੂੰ 7.5 ਮਹੀਨੇ ਹੋ ਗਏ। ਉਹ ਸਰਕਾਰ ਨੂੰ ਕਹਿੰਦੇ ਸਰਕਾਰ ਜੀ ਸਾਡੇ ਨਾਲ ਗੱਲ ਕਰ ਲਓ। ਕੱਲ ਉਹ ਨਾ ਤਾਂ ਪਲਾਟ ਲੈਣ ਗਏ ਸੀ, ਉਹਨੂੰ ਪਤਾ ਸੀ ਕਿ ਸਾਨੂੰ ਪਲਾਟ ਨਹੀਂ ਮਿਲਣੇ। ਉਹ ਕਹਿੰਦੇ ਜੀ ਸਰਕਾਰ ਨੇ ਕਈ ਵਾਰੀ ਸਾਨੂੰ ਮੌਕਾ ਦਿੱਤਾ ਕਿ ਜੀ ਆਓ ਆਪਾਂ ਗੱਲਬਾਤ ਕਰੀਏ। ਸੱਦ ਲੈਂਦੇ ਆ, ਲੇਕਿਨ ਗੱਲਬਾਤ ਕਹਿੰਦੇ ਆ, ਮੌਕੇ ਤੇ ਆ ਕੇ ਕਹਿੰਦੇ ਆ ਜੀ ਮੁਲਤਵੀ ਹੋ ਗਈ, ਮੀਟਿੰਗ ਰੱਦ ਹੋ ਗਈ। ਮੀਟਿੰਗਾਂ ਨਹੀਂ ਇਹ ਕਹਿੰਦੇ ਜੀ ਸਾਨੂੰ ਕਰਦੇ। ਫਿਰ ਉਹ ਕਹਿੰਦੇ 3 ਅਕਤੂਬਰ ਨੂੰ ਇਹਨਾਂ ਨੇ ਇੱਕ ਕਿਹਾ ਸੀ ਤੁਹਾਨੂੰ ਮੀਟਿੰਗ ਦੇ ਦਿਆਂਗੇ ਮੁੱਖ ਮੰਤਰੀ ਨਾਲ। ਉਹ ਲਾਸਟ ਮੀਟਿੰਗ ਸੀ, ਉਦੋਂ ਬਾਅਦ ਤਾਂ ਕਹਿੰਦੇ ਤਰੀਕ ਦਿਨ ਉਹ ਵੀ ਹਟ ਗਏ। ਕੱਲ ਉਹ ਇਸ ਕਰਕੇ ਗਏ ਸੀ ਇਕੱਠੇ ਹੋ ਕੇ ਵੀ ਆਪਾਂ ਭਾਈ ਸਾਨੂੰ ਤੁਸੀਂ ਟਾਈਮ ਦਿਓ ਕਿ ਮੁੱਖ ਮੰਤਰੀ ਸਾਹਿਬ ਨੂੰ ਕਦੋਂ ਮਿਲਾਉਣੇ। ਹੁਣ ਤੁਹਾਨੂੰ ਠੀਕ ਹੈ, ਉਧਰੋਂ ਗੁਜਰਾਤ ਚੋਂ ਵਿਹਲੇ ਹੋਣ ਵਾਲੇ। ਇੱਥੇ ਤਾਂ ਵਾਲੀ ਸਾਹਿਬ ਮੈਂ ਇੱਕ ਗੱਲ ਤੁਹਾਡੇ ਯਾਦ ਕਰਾਉਣਾ, ਜਦੋਂ ਡੱਲੇਵਾਲ ਸਾਹਿਬ ਦੀ ਜਥੇਬੰਦੀ ਨੇ ਜੀ ਰਸਤੇ ਰੋਕੇ ਸੀ ਔਰ ਉਹ ਆਪ ਮਰਨ ਵਰਤ ਤੇ ਬਹਿ ਗਏ ਸੀ, ਉਦੋਂ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਆਇਆ ਸੀ, ਬੜਾ ਖੂਬਸੂਰਤ ਬਿਆਨ ਸੀ ਜੀ। ਉਹਨੇ ਕਿਹਾ ਸੀ ਯਾਰ ਤੁਸੀਂ ਲੋਕਾਂ ਨੂੰ ਕਿਉਂ ਤੰਗ ਕਰਦੇ ਹੋ, ਕਿਉਂ ਰਸਤੇ ਰੋਕਦੇ ਹੋ? ਜੇ ਤੁਹਾਡੀਆਂ ਮੰਗਾਂ ਤੁਸੀਂ ਭਾਈ ਡੀਸੀਆਂ ਦੇ ਦਫ਼ਤਰ ਘੇਰੋ ਜੀ, ਸਾਡੇ ਐਮਐਲਏ ਦੇ ਘਰਾਂ ਦੇ ਕੋਲੇ ਜਾਓ, ਸਾਡੇ ਘਰਾਂ ਕੋਲੇ ਆਓ। ਇਹ ਖੇਤ ਮਜ਼ਦੂਰ ਕਹਿੰਦੇ ਲਓ ਜੀ ਅਸੀਂ ਹੁਣ ਤੁਹਾਡੇ ਘਰ ਨੂੰ ਆਉਣੇ, ਮੁੱਖ ਮੰਤਰੀ ਸਾਹਿਬ ਅਸੀਂ ਰਸਤੇ ਨਹੀਂ ਰੋਕਦੇ ਜੀ। ਔਰ ਦਾਨੇਵਾਲੀਆ ਸਾਹਿਬ ਕੱਲ ਉਹਨੇ ਕੋਈ ਰਸਤਾ ਨਹੀਂ ਰੋਕਿਆ। ਠੀਕ ਹੈ ਜੀ। ਉਹ ਮੁੱਖ ਮੰਤਰੀ ਸਾਹਿਬ ਦੇ ਘਰ ਨੂੰ ਗਏ ਤੇ ਫਿਰ ਜਿਹੜੀ ਸੇਵਾ ਹੋਈ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਉਹਨਾਂ ਦੀਆਂ ਦਸਤਾਰਾਂ ਲੈ ਗਈਆਂ, ਬੁੜੇ ਬੰਦੇ ਆ, ਲਹੂ ਲੋਹਾਨ ਹੋਏ ਵੇ ਹੈ। ਉੱਤੋਂ ਸਿਆਲਾਂ ਦੀ ਰੁੱਤ ਹੈ, ਉੱਤੋਂ ਸਿਆਲਾਂ ਦੀ ਰੁੱਤ। ਉਹਨਾਂ ਨੇ ਫਿਰ ਉੱਥੇ ਪੱਕਾ ਮੋਰਚਾ ਲਾ ਲਿਆ ਜੀ। ਉਹ ਕਹਿੰਦੇ ਨਹੀਂ ਇਸ ਤਾਂ ਬੈਠਾਂਗੇ। ਅੱਛਾ, ਲਾ ਲਿਆ ਪੱਕਾ ਮੋਰਚਾ? ਹਾਂਜੀ ਲਾ ਲਿਆ ਨਾ ਜੀ। ਲਾਉਣ ਤੋਂ ਬਾਅਦ ਫਿਰ ਹੋਰ ਵੀ ਹੋਇਆ, ਪੱਕਾ ਮੋਰਚਾ ਲਾ ਲਿਆ ਉਹਨਾਂ ਨੇ। ਤੇ ਪੱਕਾ ਮੋਰਚਾ ਲਾਉਣ ਤੋਂ ਬਾਅਦ ਫਿਰ ਕਹਿੰਦੇ ਲਓ ਜੀ ਅਸੀਂ ਗੱਲ ਕਰ ਰਹੇ। ਫਿਰ ਤਾਹਾਂ ਗੱਲ ਕੀਤੀ ਚੰਡੀਗੜ੍ਹ ਤੋਂ ਗੱਲ ਕਰਕੇ ਹੁਣ 21 ਦਸੰਬਰ ਨੂੰ 11 ਵਜੇ ਦਾ ਉਹਨਾਂ ਨੂੰ ਸਮਾਂ ਦਿੱਤਾ ਵੀ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਵਾਂਗੇ। ਅੱਛਾ ਜੀ। ਔਰ ਇਹਦਾ ਸਮਾਂ ਦਿੱਤਾ, ਲਿਖਤੀ ਭਰੋਸਾ ਦਿੱਤਾ ਹੈ। ਵੈਸੇ ਜਵਾਨ ਦੇ ਭਰੋਸੇ ਹੁੰਦੇ ਆ, ਕੋਈ ਲਿਖਤਾਂ ਦੇ ਗੱਲ ਤਾਂ ਜਵਾਨ ਦੀ ਹੁੰਦੀ ਹੈ ਜੀ। ਇਹਨਾਂ ਨੇ ਕਿਹੜਾ ਲਿਖਤੀ ਗਰੰਟੀਆਂ ਨਹੀਂ ਦਿੱਤੀ ਸੀਗੀਆਂ, ਅਸੀਂ ਫਾਰਮ ਭਰਾਏ ਸੀ। ਹਾਂਜੀ। ਉਹ ਕਾਂਗਰਸ ਵੇਲੇ ਵੀ ਨੌਕਰੀਆਂ ਦੇ ਫਾਰਮ ਭਰਾਏ ਸੀਗੇ, ਇਹਨਾਂ ਨੇ ਦੂਜੀਆਂ ਗਰੰਟੀਆਂ ਦਿੱਤੀਆਂ ਸੀਗੀਆਂ ਵੀ ਆਉਂਦਾ ਸਰ ਸਾਰਿਆਂ ਨੂੰ ਕੱਚਿਆਂ ਨੂੰ ਪੱਕੇ ਕਰ ਦਿਆਂਗੇ ਜੀ ਜੀ। ਅੱਛਾ, ਹੁਣ ਤੁਸੀਂ ਇਹ ਦੇਖੋ ਵੀ ਤੁਸੀਂ ਕੱਲ ਮੈਨੂੰ ਆਪ ਹੀ ਦੱਸਿਆ ਸੀਗਾ ਵੀ ਛੱਲੀਆਂ ਮੂੰਹ ਕੁੱਟਦੇ ਵੀਡੀਓਜ਼ ਆ ਗਈਆਂ, ਅਖਬਾਰਾਂ 'ਚ ਤਸਵੀਰਾਂ ਆ ਗਈਆਂ, ਖਬਰਾਂ ਵੱਡੀਆਂ ਲੱਗੀਆਂ ਪਈਆਂ, ਟੀਵੀ ਚੈਨਲਾਂ ਤੇ ਚੱਲੀ ਜਾਂਦਾ ਹੈ। ਪਰ ਸਾਡੇ ਹੁਣ ਤੁਸੀਂ ਦੇਖੋ ਵੀ ਜਿਹੜੇ ਸੰਗਰੂਰ ਵਾਲੇ ਐਸਐਸਪੀ ਸਾਹਿਬ ਹੈ, ਉਹਦੇ ਯਾਰ ਕਿਉਂ ਐਵੇਂ ਗੱਪ ਮਾਰੀ ਜਾਂਦੇ ਹੋ? ਅੱਛਾ, ਲਾਠੀ ਚਾਰਜ ਤਾਂ ਹੋਇਆ ਹੀ ਕੋਈ ਨਹੀਂ। ਉਹੀ ਕਹਿੰਦੇ ਬਸ ਤਿੱਤਰ ਬਿੱਤਰ ਕੀਤਾ ਸੀ।
ਨਾ ਬਸ ਤਿੱਤਰ ਬਿੱਤਰ ਵੀ ਨਹੀਂ ਕਹਿੰਦੇ, ਕਹਿੰਦੇ ਸਾਡੀ ਉਹਨਾਂ ਨਾਲ ਗੱਲਬਾਤ ਹੋ ਗਈ, ਗੱਲਬਾਤ ਚ ਕਹਿੰਦੇ ਉਹ ਆਪਦਾ ਮੁਜ਼ਾਹਰਾ ਕੀਤਾ ਤੇ ਵਾਪਸ ਮੁੜ ਗਏ। ਅੱਛਾ, ਵਾਪਸੀ ਮੁੜ ਗਏ ਕਹਿੰਦੇ। ਵਾਪਸੀ ਨਹੀਂ ਮੁੜ ਗਏ, ਅਸੀਂ ਤਾਂ ਕੁਝ ਕਿਹਾ ਹੀ ਨਹੀਂ। ਹੂੰ ਹੁਣ ਤੁਸੀਂ ਇਹ ਦੇਖੋ, ਜਿਹਨੂੰ ਆਪਾਂ ਕਹਿੰਦੇ ਆ ਇਕਬਾਲ ਸਰਕਾਰ ਦੀ ਭਰੋਸੇਯੋਗਤਾ, ਹੂੰ ਇਹ ਭਰੋਸੇਯੋਗਤਾ ਇਹਨਾਂ ਚੀਜ਼ਾਂ ਤੋਂ ਬਣਦੀ ਹੈ। ਤੁਸੀਂ ਕਹਿੰਦੇ ਜੀ ਲਾਠੀ ਚਾਰਜ ਹੋ ਗਿਆ, ਠੀਕ ਹੈ ਲਾਠੀ ਚਾਰਜ ਹੋ ਗਿਆ, ਕੋਈ ਗੱਲ ਨਹੀਂ, ਡੀਸੀ ਸਾਹਿਬ ਕਹਿੰਦੇ ਜੀ ਅਸੀਂ ਪੜਤਾਲ ਕਰਵਾ ਲਾਂਗੇ। ਹੂੰ ਜਿਹੜਾ ਉਹਨਾਂ ਨੂੰ ਤੁਸੀਂ ਟਾਈਮ ਦਿੱਤਾ ਉਸ ਟਾਈਮ ਤੇ ਮੀਟਿੰਗ ਕਰਵਾ ਦਿਓ, ਉਹਨਾਂ ਨੇ ਕਹਿਣਾ ਜੀ ਅਸੀਂ ਏਜੰਡਾ ਛੱਡਤਾ, ਉਹ ਛੱਡ ਹੀ ਦੇਣਗੇ ਇਸ ਗੱਲ। ਬਿਲਕੁਲ ਬਿਲਕੁਲ। ਉਹ ਤਾਂ ਗੱਲਬਾਤ ਕਰਨੀ ਚਾਹੁੰਦੇ। ਤੁਸੀਂ ਇਹ ਦੇਖੋ ਕਿ ਹੁਣ ਜਿਵੇਂ ਉਦੋਂ ਕਿਹਾ ਸੀ ਨਾ ਭਗਵੰਤ ਸਿੰਘ ਮਾਨ ਨੇ, ਅੱਗੇ ਜਾ ਰਹੇ ਤਾਂ ਨਾ ਮੀਟਿੰਗ ਲੈਣ ਵਾਸਤੇ ਵੀ ਧਰਨੇ ਦਿੰਦੇ ਆ, ਹੂੰ ਤੇ ਜਦੋਂ ਕੋਈ ਮੀਟਿੰਗ ਦਾ ਸਮਾਂ ਨਹੀਂ ਦਿੰਦਾ ਫਿਰ ਕੀ ਕਰਨ। ਉਹਨਾਂ ਨੇ ਕਹਦਾ ਇਸੇ ਵਾਸਤੇ ਲਾਇਆ ਸੀ ਜੀ, ਤੇ ਪੁੜੇ ਸੇਕਤੇ ਉਹਨਾਂ ਦੀ। ਹੂੰ ਜੀ ਜੀ। ਸੋ ਇਹ ਆਪਾਂ ਥੋੜੇ ਵਪਾਰਕ ਸੁਨੇਹੇ ਦੇ ਦਈਏ ਢਿੱਲੋਂ ਸਾਹਿਬ ਤੇ ਫਿਰ ਜੁੜਦੇ ਹਾਂ ਆਪਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਇਸ ਵਕਤ ਜੁੜੇ ਹੋਏ ਨੇ। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈਟ, ਜੜਾਊ ਸੈਟ, ਪੋਲਕੀ ਸੈਟ, ਹੀਰੇ ਜੜੇ ਸੈਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਵਾਰ ਫਿਰ ਤੁਸੀਂ ਸਾਡੇ ਨਾਲ ਜੁੜੇ ਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਢਿੱਲੋਂ ਸਾਹਿਬ, ਵਾਈਸ ਚਾਂਸਲਰਾਂ ਦੇ ਰਫੜ ਤੁਹਾਨੂੰ ਪਤਾ ਵੀ 2 ਵਾਰੀ ਪੈ ਗਿਆ ਭਗਵੰਤ ਮਾਨ ਦੀ ਸਰਕਾਰ ਨਾਲ, ਗਵਰਨਰ ਦਾ। ਹੁਣ ਕੀ ਲੱਗਦਾ ਤੁਹਾਨੂੰ ਵੀ ਕੋਈ ਨਵਾਂ ਰਾਹ ਰੂ ਕੱਢਣਗੇ ਜਾਂ ਕੀ ਕਰਨਗੇ? ਮੇਰੇ ਖਿਆਲ ਮੁਤਾਬਕ ਦਾਨੇਵਾਲੀਆ ਸਾਹਿਬ ਨਵਾਂ ਰਾਹ ਕੱਢਣ ਵਾਸਤੇ ਰਾਹ ਖੁੱਲ ਗਿਆ। ਕਿਉਂਕਿ ਜਿਹੜਾ ਸਭ ਤੋਂ ਪਹਿਲਾਂ ਰਫੜ ਪਿਆ ਸੀ ਉਹ ਪਿਆ ਸੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦਾ ਜੀ। ਉਹਦੇ ਵਾਈਸ ਚਾਂਸਲਰ ਹੁੰਦੇ ਸੀ ਡਾਕਟਰ ਰਾਜ ਬਹਾਦਰ। ਤੇ ਡਾਕਟਰ ਰਾਜ ਬਹਾਦਰ
ਆਪਣਾ ਕੰਮ ਧੰਦਾ ਚਲਾਈ ਜਾਂਦੇ ਸੀ, ਲੇਕਿਨ ਉੱਥੋਂ ਦਾ ਪ੍ਰਬੰਧ ਹੈ ਕੋਈ ਬਹੁਤਾ ਚੰਗਾ ਨਹੀਂ ਸੀ। ਜੀ ਵੈਸੇ ਜਿਹੜਾ ਹਸਪਤਾਲ ਦਾ ਪ੍ਰਬੰਧ ਹੁੰਦਾ ਜ਼ਿਆਦਾ, ਉਹ ਮੈਡੀਕਲ ਸੁਪਰਡੈਂਟ ਨੇ ਚਲਾਉਣਾ ਹੁੰਦਾ ਹੈ। ਵਾਈਸ ਚਾਂਸਲਰ ਨੇ ਸਾਰਾ ਯੂਨੀਵਰਸਿਟੀ ਦਾ, ਉਹਦੇ ਨਾਲ ਕਿੰਨੇ ਕਾਲਜ ਐਫੀਲੀਏਟਡ ਹੈ, ਉਹ ਉੱਪਰਲਾ ਸਾਰਾ ਕੁਝ ਦੇਖਣਾ ਹੁੰਦਾ ਹੈ। ਜੀ ਤਾਂ ਉੱਥੇ ਹੋਇਆ ਕੀ ਕਿ ਜਿਹੜੀ ਉੱਥੇ ਕੁਝ ਮੁਲਾਜ਼ਮਾਂ ਦੇ ਨਾਲ ਵੀ ਵਾਈਸ ਚਾਂਸਲਰ ਦੀ 751 ਵਾਲੀ ਗਾਡੀ ਬਣੀ ਹੋਈ ਸੀ। ਔਰ ਉਹ ਮੁਲਾਜ਼ਮ ਕਿਉਂਕਿ ਵੋਟਰ ਵੀ ਹੁੰਦੇ ਆ, ਤੇ ਉਹਨਾਂ ਨੇ ਸਥਾਨਕ ਲੀਡਰਾਂ ਦੇ ਉੱਤੇ ਦਬਾਅ ਵੀ ਪਾਇਆ ਸੀ ਜੀ ਇਸ ਵਾਈਸ ਚਾਂਸਲਰ ਦੇ ਨਾਲ ਕੁਝ ਨਾ ਕੁਝ ਕੀਤਾ ਜਾਵੇ। ਤੇ ਫਿਰ ਅਚਨਚੇਤ ਸਾਡੇ ਜਿਹੜੇ ਹੈਗੇ ਚੇਤਨ ਸਿੰਘ ਜੌੜੇ ਮਾਜਰਾ ਸਾਹਿਬ, ਜਿਹੜੇ ਹੈਲਥ ਮਿਨਿਸਟਰ ਹੁੰਦੇ ਹੈ ਜੀ, ਇਹ ਫਰੀਦਕੋਟ ਦਾ ਦੌਰਾ ਕਰਦੇ ਹੈ। ਨਾਲ ਉਹਨਾਂ ਦੇ ਸਥਾਨਕ ਲੀਡਰ ਵੀ ਸੀ ਜੀ, ਤੇ ਕਹਿੰਦੇ ਵੀ ਬੜੇ ਤਰੀਕੇ ਦੇ ਨਾਲ ਜਿਹੜਾ ਸਿਹਤ ਮੰਤਰੀ ਸਾਹਿਬ ਨੂੰ ਉੱਥੇ ਲਿਜਾਇਆ ਗਿਆ ਜਿੱਥੇ ਆਪਣਾ ਪੁਰਾਣੇ ਗੱਦੇ ਪਏ ਹੋਏ ਸੀ। ਔਰ ਗੱਦਿਆਂ ਦੀ ਹਾਲਤ ਆਪਾਂ ਨੂੰ ਪਤਾ ਹੀ ਹੈ, ਵੈਸੇ ਜਿਹੜੀਆਂ ਸਾਂਝੀਆਂ ਥਾਵਾਂ ਹੁੰਦੀਆਂ ਉੱਥੋਂ ਦਾ ਕੀ ਹੁੰਦਾ ਹੈ। ਇਹ ਤਾਂ ਫੇਰ ਹਸਪਤਾਲ ਹੈ, ਆਪਾਂ ਕੱਲ ਕਰਕੇ ਹਟੇ ਆਂ ਵੀ ਰੈਸਟ ਹਾਊਸਾਂ ਦੀ ਕਿੰਨੀ ਬੁਰੀ ਹਾਲਤ ਹੈ। ਉੱਥੇ ਜਿਹੜੇ ਹੈਗੇ ਆ ਪਿੱਸੂ ਤੇ ਤੁਹਾਡੇ ਪਤਾ ਨਹੀਂ ਕੀ ਕੁਝ ਫਿਰਦਾ ਤੁਰਦਾ ਹੈ। ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਔਖਾ ਹੋਣਾ ਪੈ ਗਿਆ ਸੀ, ਕਿਉਂਕਿ ਸਾਂਝੇ ਬਾਬੇ ਨੂੰ ਪਿੱਟਦਾ ਕੋਈ ਨਹੀਂ। ਬਿਲਕੁਲ ਬਿਲਕੁਲ। ਜਿਹੜੇ ਪਿੰਡ ਵਾਲੇ ਭਾਂਡੇ ਹੁੰਦੇ ਆ ਉਹਨਾਂ ਦੀ ਕੋਈ ਸੰਭਾਲ ਨਹੀਂ ਕਰਦਾ, ਤੇ ਟੈਂਟ ਹਾਊਸ ਵਾਲਿਆਂ ਦੀ ਤੁਸੀਂ ਦੇਖੋ ਵੀ ਕਿਵੇਂ ਲੋਕ ਸੰਭਾਲ ਕਰਦੇ ਆ। ਕਿ ਜੇ ਚਮਚਾ ਵੀ ਦੇਣਾ ਪੈ ਗਿਆ ਤਾਂ ਇੱਕ ਚਮਚਾ ਗਵਾਚ ਗਿਆ ਤਾਂ ਤਿੰਨਾਂ ਦੇ ਪੈਸੇ ਲੈਣਗੇ, ਤਿੰਨਾਂ ਦੇ ਪੈਸੇ ਦੇਣੇ ਪੈਣਗੇ। ਉੱਥੇ ਮਤਲਬ ਵੀ ਇਹਦਾ ਕੀ ਹੋਊਗਾ, ਫਿਰ ਸਾਂਝੇ ਭਾਂਡੇ ਹੀ ਆ ਨਾ, ਸਾਂਝੇ ਭਾਂਡੇ ਦੀ ਹਾਲਤ ਹੁੰਦੀ ਹੈ। ਉਹ ਜਦੋਂ ਜੌੜੇ ਮਾਜਰਾ ਸਾਹਿਬ ਨੇ ਦੇਖਿਆ ਕਿ ਗੱਦਿਆਂ ਦੀ ਹਾਲਤ ਮਾੜੀ ਹੈ, ਤੇ ਉਹਨਾਂ ਨੇ ਵੀਸੀ ਨੂੰ ਕਹਿੰਦੇ ਤੂੰ ਲਿਟ ਕੇ ਦਿਖਾ। ਵੀਸੀ ਲਿਟਿਆ ਵੀ, ਤੇ ਲਿਟਣ ਤੋਂ ਬਾਅਦ ਜਿਹੜਾ ਵੀਸੀ ਉੱਠਿਆ ਵੀ ਤੇਜ਼ੀ ਦੇ ਨਾਲ ਜੀ। ਔਰ ਉਹ ਤਸਵੀਰ ਹੈ ਜਿਹੜੀ ਉਹ ਵਾਇਰਲ ਹੋ ਗਈ ਸੀ, ਵੀਡੀਓ ਵਾਇਰਲ ਹੋ ਗਈ। ਨਤੀਜਾ ਇਹ ਹੋ ਗਿਆ ਕਿ ਸ਼ਾਮ ਤੱਕ ਸਾਰੇ ਪੰਜਾਬ ਦੀ ਦੁਨੀਆ ਦੇ ਵਿੱਚ ਹਾਹਾਕਾਰ ਮਚ ਗਈ ਜੀ। ਤੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨੇ 29 ਜੁਲਾਈ ਨੂੰ ਅਸਤੀਫਾ ਦਿੱਤਾ ਸੀ। ਤੇ ਭਗਵੰਤ ਸਿੰਘ ਮਾਨ ਹੋਰਾਂ ਨੇ ਮਨਾਉਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਜੀ ਬੜੇ ਵਧੀਆ ਮੇਰੇ ਨਾਲ ਸੰਬੰਧ ਹੈ, ਮੇਰੇ ਪਿਤਾ ਜੀ ਨੂੰ ਵੀ ਲੋੜ ਪਈ ਸੀ ਇਲਾਜ ਦੀ ਤੇ ਇਹਨਾਂ ਨੇ ਇਲਾਜ ਵੀ ਕੀਤਾ ਸੀ। ਪਰ ਕੁੜੱਤਣ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਉਸ ਬੰਦੇ ਨੇ ਦੁਬਾਰਾ ਮਤਲਬ ਜਿਹੜਾ ਹੈ ਜੁਆਇਨ ਨਹੀਂ ਕੀਤਾ ਤੇ ਉਹਨੇ ਕਹਿਤਾ ਜੀ ਮੈਨੂੰ ਤਾਂ ਮੇਰੇ ਹਾਲ ਤੇ ਰਹਿਣ ਦਿਓ, ਮੈਂ ਆਪਦਾ ਕੰਮ ਕਰੀ ਜਾਣਾ। ਫਿਰ ਇੱਕ ਬਹੁਤ ਵਧੀਆ ਡਾਕਟਰ ਹੈ, ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਸਾਹਿਬ, ਉਹਨਾਂ ਦੀ ਚੋਣ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ। ਤੇ ਇੱਕ ਤਾਂ ਜਿਹੜੀ ਆ ਟਵੀਟ ਵਾਲਾ ਕੰਮ ਹੈ ਨਾ ਜੀ, ਇਹ ਪਤਾ ਨਹੀਂ ਕਿੱਡੀ ਗਏ ਇਹ ਫੈਸਲਾ ਮਗਰੋਂ ਲੈਂਦੇ, ਪਹਿਲਾਂ ਟਵੀਟ ਪਹਿਲਾਂ ਕਰ ਦਿੰਦੇ। ਭਗਵੰਤ ਸਿੰਘ ਮਾਨ ਨੇ ਟਵੀਟ ਕਰਤਾ ਜੀ ਅਸੀਂ ਗੁਰਪ੍ਰੀਤ ਸਿੰਘ ਵਾਂਡਰ ਹੋਰਾਂ ਨੂੰ ਵਾਈਸ ਚਾਂਸਲਰ ਲਾਤਾ। ਔਰ ਉਹ ਐਲਾਨ ਆਪ ਕਰਤਾ, ਹਾਲੇ ਤੱਕ ਪ੍ਰਵਾਨਗੀ ਉਹਦੀ ਹੋਈ ਨਹੀਂ ਸੀ, ਕਿਉਂਕਿ ਪ੍ਰਵਾਨਗੀ ਗਵਰਨਰ ਤੋਂ ਲੈਣੀ ਪੈਂਦੀ ਹੈ। ਤੇ ਗਵਰਨਰ ਕੋਲੇ ਪ੍ਰਵਾਨਗੀ ਲਈ ਕੋਈ ਨਹੀਂ, ਤੇ ਬਾਅਦ ਦੇ ਵਿੱਚ ਫਿਰ ਭੇਜਤੀ ਫਾਈਲ ਭੇਜਤੀ, ਜਿਹੜੀ ਫਾਈਲ ਦੇ ਵਿੱਚ ਲਿਖਿਆ ਸੀ ਜੀ ਗੁਰਪ੍ਰੀਤ ਸਿੰਘ ਵਾਂਡਰ ਹੋਰਾਂ ਨੂੰ ਤੁਸੀਂ ਦੇ ਦਿਓ ਪ੍ਰਵਾਨਗੀ। ਉਹਨਾਂ ਨੇ ਨਾ ਕਰਤੀ। ਉਹ ਕਹਿੰਦੇ ਭਾਈ ਜਿਹੜੀ ਹੈਗੀ ਤੁਸੀਂ ਤਰੀਕੇ ਦੇ ਨਾਲ ਗੱਲ ਹੀ ਨਹੀਂ ਕੀਤੀ, ਐ ਤੁਸੀਂ ਕਰ ਹੀ ਨਹੀਂ ਸਕਦੇ, ਇਕੱਲੇ ਬੰਦੇ ਦਾ ਨਾਮ ਭੇਜ ਹੀ ਨਹੀਂ ਸਕਦੇ, ਤੁਸੀਂ ਤਾਂ ਲਾ ਨਹੀਂ ਸਕਦੇ, ਲਾਉਣਾ ਤਾਂ ਮੈਂ ਹੈ। ਮੇਰੇ ਕੋਲੇ 3 ਨਾਮਾਂ ਦਾ ਪੈਨਲ ਆਉਣਾ ਚਾਹੀਦਾ ਸੀ, ਤੁਸੀਂ ਉਹ ਪੈਨਲ ਨਹੀਂ ਭੇਜਿਆ, ਇਸ ਕਰਕੇ ਮੈਂ ਇਹਨੂੰ ਪ੍ਰਵਾਨਗੀ ਨਹੀਂ ਦਿੰਦਾ। ਜਿੰਨੀ ਦੇਰ ਤੱਕ ਤੁਸੀਂ 3 ਨਾਮਾਂ ਦਾ ਪੈਨਲ ਨਹੀਂ ਭੇਜਦੇ ਉਨੀ ਦੇਰ ਤੱਕ ਇਹ ਤੇ ਵਿਚਾਰ ਹੀ ਨਹੀਂ ਹੋ ਸਕਦਾ। ਡਾਕਟਰ ਵਾਂਡਰ ਸਾਹਿਬ ਬਹੁਤ ਸਿਆਣੇ ਬੰਦੇ ਆ, ਪ੍ਰਬੰਧਕ ਵੀ ਚੰਗੇ ਆ, ਔਰ ਡਾਕਟਰ ਵੀ ਸਿਰੇ ਦੇ ਆ। ਉਹਨਾਂ ਨੇ ਕਿਹਾ ਵੀ ਆਪਾਂ ਨੂੰ ਕੀ ਲੋੜ ਆ ਵੀ ਆਪਾਂ ਐਵੇਂ ਖਾਮਖਾ ਕੋਲਿਆਂ ਦੀ ਦਲਾਲੀ ਚ ਮੂੰਹ ਕਾਲਾ ਕਰਾਉਣ ਵਾਲੀ ਗੱਲ ਕਰਨੀ ਹੈ। ਉਹਨਾਂ ਨੇ ਜਵਾਬ ਦਿੱਤਾ ਜੀ ਮੈਂ ਤਾਂ ਲੱਗਣਾ ਹੀ ਨਹੀਂ, ਜਿਹਨੂੰ ਮਰਜ਼ੀ ਲਾ ਦਿਓ। ਉਦੋਂ ਤੋਂ 29 ਜੁਲਾਈ ਤੋਂ ਵਾਈਸ ਚਾਂਸਲਰ ਦੀ ਜਿਹੜੀ ਹੈ ਸੀਟ ਖਾਲੀ ਪਈ ਹੈ ਜੀ। ਉਂਝ ਕਿਸੇ ਕਹਿੰਦੇ ਆ ਵੀ IAS ਅਧਿਕਾਰੀ ਨੂੰ ਚਾਰਜ ਦਿੱਤਾ ਹੋਇਆ ਹੈ, ਲੇਕਿਨ ਇਹ ਮੈਡੀਕਲ ਯੂਨੀਵਰਸਿਟੀ ਹੈ। ਮੈਡੀਕਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਤਾਂ ਮੈਡੀਕਲ ਐਕਸਪਰਟ ਹੀ ਚਾਹੀਦਾ। ਆਪਾਂ ਸਮਝਦੇ ਆ ਸਾਰੇ ਵੀ ਜੇ ਉੱਥੇ ਕੋਈ ਮਾੜਾ ਮੋਟਾ ਸੁਧਾਰ ਕਰਨਾ ਹੈ ਜੀ। ਇਸੇ ਸਮੇਂ ਦੌਰਾਨ ਫਿਰ ਲੁਧਿਆਣੇ ਵਾਲੀ ਯੂਨੀਵਰਸਿਟੀ ਦਾ ਵੀ ਰੌਲਾ ਪੈ ਗਿਆ ਸੀ, ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ। ਉੱਥੇ ਜਿਹੜੇ ਹੈਗੇ ਆ ਜਿਹੜੇ ਵਾਈਸ ਚਾਂਸਲਰ ਸਾਹਿਬ ਪਹਿਲਾਂ ਹੀ ਲਾਤੇ ਸੀ ਜੀ, ਉਹਨਾਂ ਦੀ ਫਿਰ ਸ਼ਿਕਾਇਤ ਵੀ ਹੋ ਗਈ। ਉਸ ਸ਼ਿਕਾਇਤ ਦੇ ਉੱਤੇ ਉਹ ਕਹਿੰਦੇ ਜੀ ਇਹ ਤਾਂ ਗਲਤ ਹੋ ਗਿਆ, ਮੈਂ ਨਹੀਂ ਇਹਨੂੰ ਵੀ ਲੱਗਦਾ ਪੈਨਲ ਇੱਥੇ ਵੀ ਭੇਜੋ। ਉਹਦਾ ਵੀ ਰੇੜਕਾ ਪਈ ਜਾਂਦਾ। ਉਹ ਕਹਿੰਦੇ ਜੀ ਪੰਜਾਬ ਸਰਕਾਰ ਜਿਹੜੀ ਹੈਗੀ ਹੈ, ਜਿਹੜਾ ਪੰਜਾਬ ਹਰਿਆਣਾ ਯੂਨੀਵਰਸਿਟੀ ਐਕਟ ਬਣਿਆ ਹੋਇਆ ਹੈ, ਖੇਤੀਬਾੜੀ ਐਕਟ, ਉਹਦੇ ਮੁਤਾਬਕ ਅਸੀਂ ਸਮਰੱਥ ਅਸੀਂ ਲਾਤਾ। ਉਹ ਕਹਿੰਦੇ ਜੀ ਅਸੀਂ ਨੂੰ ਮੰਨਦੇ ਨੀ ਗੇ। ਉਹਨਾਂ ਨੇ ਸ਼ੋਕਾਜ਼ ਨੋਟਿਸ ਵੀ ਦੇ ਦਿੱਤਾ ਵਾਈਸ ਚਾਂਸਲਰ ਨੂੰ, ਅਰਪੜ ਪਿਆ ਹੋਇਆ ਸੀ ਜੀ। ਲੇਕਿਨ ਹੁਣ ਕਹਿੰਦੇ ਜੀ ਗੁਜਰਾਤ ਦੀਆਂ ਚੋਣਾਂ ਤੋਂ ਵਿਹਲੇ ਹੋਣ ਤੋਂ ਬਾਅਦ ਭਗਵੰਤ ਸਿੰਘ ਮਾਨ ਹੋਰੀ ਜਿਹੜੇ ਹੈ ਉਹ ਇੱਕ ਨਵੀਂ ਰੂਪਰੇਖਾ ਤਿਆਰ ਕਰ ਰਹੇ ਹੈ ਕਿ ਟਕਰਾਅ ਦੀ ਬਜਾਏ ਸਿੱਧਾ ਇੱਕ ਪੈਨਲ ਹੀ ਭੇਜ ਦਿੱਤਾ ਜਾਵੇ। ਅੱਛਾ ਜੀ। ਗਵਰਨਰ ਸਾਹਿਬ ਦੇ ਨਾਲ ਭਾਵੇਂ ਅੰਦਰ ਖਾਤੇ ਜਾ ਕੇ ਗੱਲ ਕਰ ਲੈਣ ਜੀ ਵੀ ਇਹਨੂੰ ਬਣਾ ਦਿਓ ਤੁਸੀਂ, ਚੁਲਿਓ ਇਹ ਅਸੀਂ ਤੁਹਾਡੀ ਵੀ ਰਹਿ ਜੂਗੀ ਤੇ ਸਾਡੀ ਵੀ ਲੋੜ ਪੂਰੀ ਹੋ ਜੂਗੀ, ਅਸੀਂ ਤੁਹਾਡੇ ਕੋਲ ਭੇਜ ਦਿੰਦੇ ਹਾਂ। ਔਰ ਇਹ ਕੰਮ ਜਿਹੜੇ ਆ ਦਾਨੇਵਾਲ ਸਾਹਿਬ, ਇਹ ਕੰਮ ਜਿਹੜੇ ਆ ਕੋਈ ਨਾ ਮੁੱਖ ਮੰਤਰੀ ਨੇ ਕਰ ਰਹੇ ਹੁੰਦੇ ਆ। ਇਹ ਜਿਹੜੇ ਅਧਿਕਾਰੀ ਹੁੰਦੇ ਆ ਰਾਜ ਭਵਨ ਦੇ ਵਿੱਚ ਲੱਗੇ ਹੋਏ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਆ, ਉਹਨਾਂ ਦੇ ਆਪਸੀ ਤਾਲਮੇਲ ਤੇ ਬਹੁਤ ਨਿਰਭਰ ਕਰਦਾ ਹੁੰਦਾ ਜੀ।
ਇਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ। ਹੂੰ ਆਪਣੇ ਜਿਹੜੇ ਹੈਗੇ ਆ ਫੂਡ ਸਪਲਾਈ ਮਹਿਕਮੇ ਦੇ ਪ੍ਰਿੰਸੀਪਲ ਸੈਕਟਰੀ, ਹਵਾਬਾਜੀ ਦੇ ਵੀ ਪ੍ਰਿੰਸੀਪਲ ਸੈਕਟਰੀ ਹੈ, ਜੀ, ਲੋਕ ਸੰਪਰਕ ਵਿਭਾਗ ਦੇ ਵੀ ਪ੍ਰਿੰਸੀਪਲ ਸੈਕਟਰੀ ਹੈ ਰਾਹੁਲ ਭੰਡਾਰੀ ਸਾਹਿਬ, ਹੂੰ ਤੇ ਉਹਨਾਂ ਦੀ ਜੀਵਨ ਸਾਥ ਨਾਲ ਬੀਬੀ ਰਾਖੀ ਭੰਡਾਰੀ। ਹਾਂਜੀ, ਰਾਖੀ ਭੰਡਾਰੀ ਹੋਣੀ ਜਿਹੜੇ ਆ ਉਹ ਪਹਿਲਾਂ ਦਿੱਲੀ ਹੁੰਦੇ ਸੀ। ਹੂੰ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਟਰਾਂਸਫਰਾਂ ਹੋਈਆਂ ਉਹਨਾਂ ਦੇ ਵਿੱਚ ਟਰਾਂਸਫਰ ਕਰਕੇ ਤੇ ਬੀਬਾ ਰਾਖੀ ਭੰਡਾਰੀ ਨੂੰ ਗਵਰਨਰ ਸਾਹਿਬ ਦੇ ਨਾਲ ਤਾਇਨਾਤ ਹੋ ਗਏ। ਹਾਂਜੀ, ਉਹਨਾਂ ਦੇ ਉਹ ਸੈਕਟਰੀ ਲੱਗੇ ਹੈ। ਹੂੰ ਔਰ ਰਾਹੁਲ ਭੰਡਾਰੀ ਹੋਰਾਂ ਨੂੰ ਆਪਾਂ ਜਾਣਦੇ ਹਾਂ ਕਿ ਬੜੇ ਕਾਬਲ ਆਦਮੀ ਹੈ। ਹੂੰ ਉਹਨਾਂ ਨੂੰ ਜਿਹੜਾ ਹੈਗਾ ਸੰਕਟ ਦੇ ਨਾਲ ਹੱਲ ਜਿਹੜਾ ਪੇਸ਼ ਆਉਣ ਦਾ ਉਹਨਾਂ ਨੂੰ ਵੱਲ ਆਉਂਦਾ ਹੈ। ਹੂੰ ਮੁਸੀਬਤਾਂ ਦਾ ਉਹਨਾਂ ਨੂੰ ਪਤਾ ਹੈ ਕਿ ਇਹ ਮੁਸੀਬਤਾਂ ਨੂੰ ਕਿਵੇਂ ਦੂਰ ਕਰਨਾ ਹੈ ਜੀ। ਤੇ ਫੂਡ ਸਪਲਾਈ ਦੇ ਮਾਮਲੇ ਦੇ ਵਿੱਚ ਤਾਂ ਜੀ ਆਪਾਂ ਦੇਖਿਆ ਉਹਨਾਂ ਦਾ ਰੰਗ ਜਦੋਂ ਬਠਿੰਡੇ ਦੇ ਡਿਪਟੀ ਕਮਿਸ਼ਨਰ ਹੁੰਦੇ ਸੀ ਉਦੋਂ 24 ਘੰਟਿਆਂ ਦੇ ਵਿੱਚ ਫਸਲਾਂ ਚੁਕਵਾਉਣ ਦੇ ਮਾਮਲੇ 'ਚ ਉਹਨਾਂ ਦਾ ਰਿਕਾਰਡ ਬਹੁਤ ਵਧੀਆ ਹੈ। ਡਿਪੂਆਂ ਦੇ ਵੀ ਉੱਤੇ ਇੱਕ ਸ਼ਿਕੰਜਾ ਕੱਸਿਆ ਸੀ, ਕਿਵੇਂ ਡਿਪੂਆਂ ਵਾਲੇ ਕਿਵੇਂ ਜਾਲੀ ਰਾਸ਼ਨ ਕਾਰਡ ਬਣਾਈ ਬੈਠੇ ਸੀ। ਜਾਲੀ ਰਾਸ਼ਨ ਕਾਰਡ ਵਾਲਾ ਉਹ ਵੀ ਉਹਨਾਂ ਨੇ ਸਕੰਜਾ ਕੱਸਿਆ ਵੀ ਸੀ। ਹੂੰ ਔਰ ਫਿਰ ਮੇਰੇ ਖਿਆਲ ਸਰਕਾਰ ਦੇਖਦੀ ਜੀ, ਕਿਉਂਕਿ ਸਰਕਾਰ ਨੇ ਅਫਸਰ ਤਾਂ ਇੱਥੋਂ ਹੀ ਲੈ ਕੇ ਆਉਣੇ, ਪੰਜਾਬ ਚੋਂ ਹੀ ਲੈ ਕੇ ਆਉਣੇ, ਬਾਹਰੋਂ ਤਾਂ ਆਉਣੇ ਨਹੀਂ, ਕਿ ਦਿੱਲੀ ਤੋਂ ਆ ਜਾਣਗੇ, ਪਾਕਿਸਤਾਨ ਚੋਂ ਨਹੀਂ ਆ ਸਕਦੇ, ਬੰਗਲਾਦੇਸ਼ ਚੋਂ ਨਹੀਂ ਆ ਸਕਦੇ। ਉਹਨਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ। ਔਰ ਇਹ ਜੋੜਾ ਜਿਹੜਾ ਹੈਗਾ ਭੰਡਾਰੀ ਜੋੜਾ, ਦੋਨੇ ਬੜੇ ਸਿਆਣੇ ਹੈ ਤੇ ਮੇਰੇ ਖਿਆਲ ਮੁਤਾਬਕ ਹੈ ਵੀ ਉਹਨਾਂ ਨੇ ਇਹ ਇੰਨੀ ਦੋਨਾਂ ਨੇ ਆਪਸ ਵਿੱਚ ਮੇਲ ਮਿਲਾਪ ਕਰਕੇ ਤੇ ਕੋਈ ਨਾ ਕੋਈ ਹੱਲ ਕੱਢਣ ਵਾਲੀ ਗੱਲ ਕਰ ਲਈ। ਅੱਜ ਇੱਕ ਨਵੀਂ ਅਖਬਾਰ ਦੇ ਵਿੱਚ ਇਹ ਖਬਰ ਲੱਗੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਭਗਵੰਤ ਸਿੰਘ ਮਾਨ ਹੋਰੀ 3 ਮੈਂਬਰਾਂ ਦਾ ਇੱਕ ਪੈਨਲ ਭੇਜ ਰਹੇ ਹੈ। ਔਰ ਨਾਲ ਹੀ ਜਿਹੜੀ ਹੈਗੀ ਹੈ, ਜਿਹੜੀ ਉਹ ਮੀਟਿੰਗ ਕਰਨੀ ਹੈ ਪੈਨਲ ਭੇਜਣ ਵਾਸਤੇ, ਉਸ ਮੀਟਿੰਗ ਦੇ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਜਿਹੜਾ ਹੈਗਾ ਪ੍ਰਤੀਨਿਧੀ ਉਹਨੂੰ ਵੀ ਬੁਲਾਉਣ ਦਾ ਉਹਨਾਂ ਨੇ ਫੈਸਲਾ ਕਰ ਲਿਆ, ਕਿਉਂਕਿ ਇਹ ਜ਼ਰੂਰੀ ਹੁੰਦਾ ਹੈ। UGC ਦੀ ਪ੍ਰਵਾਨਗੀ ਮੇਰੇ ਖਿਆਲ ਤੁਹਾਨੂੰ ਜ਼ਿਆਦਾ ਪਤਾ ਵੀ, ਕਿਉਂਕਿ ਤੁਹਾਡਾ ਵੀ ਵਾਹ ਵਾਸਤਾ ਹੈਗਾ ਜਾਤੀ ਤੌਰ ਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ, ਤੇ ਉਹਨਾਂ ਦਾ ਕਰਕੇ ਉਹ ਕਹਿੰਦੇ ਵੀ ਉਹਨਾਂ ਨੇ ਉਹ ਵੀ ਪੂਰਤੀ ਕਰਨਗੇ, 3 ਬੰਦਿਆਂ ਦੇ ਨਾਂ ਵੀ ਜਾਣਗੇ ਤੇ ਫਿਰ ਉਹਦੇ ਵਿੱਚੋਂ ਮਤਲਬ ਜਿਹੜਾ ਹੈ ਇੱਕ ਬੰਦੇ ਦੀ ਚੋਣ ਹੋਊ। ਤੇ ਨਾਲ ਇਹ ਵੀ ਪਤਾ ਲੱਗਿਆ ਦਾਨੇਵਾਲੀਆ ਸਾਹਿਬ ਕਿ ਇਤਕੀ ਵਾਂਡਰ ਸਾਹਿਬ ਦਾ ਨਾਂ ਫੇਰ ਭੇਜ ਰਹੇ। ਅੱਛਾ, ਉਹ ਤਾਂ ਕਹਿੰਦੇ ਨਾਂ ਹੀ ਭੇਜੋ ਮੇਰਾ। ਹਾਂ, ਉਹਨਾਂ ਨੇ ਇਨਕਾਰ ਕਰਤਾ ਸੀ। ਸ਼ਾਇਦ ਮੇਰਾ ਖਿਆਲ ਇਹਨਾਂ ਨੇ ਇਹ ਹੋਣਾ ਵੀ ਜੇ ਤੁਹਾਡਾ ਪੈਨਲ ਦੇ ਵਿੱਚੋਂ ਆ ਜਾਏ ਤੇ ਚਲੋ ਉਹਨਾਂ ਨੂੰ ਫਿਰ ਮੈਂ ਤਰਲਾ ਕਰਕੇ ਵੀ ਨਹੀਂ ਜੀ ਤੁਸੀਂ ਆਓ। ਤੇ ਗੱਲ ਵਧੀਆ ਹੈ ਜੇ ਪੰਜਾਬੀ ਬੰਦਾ ਦਸਤਾਰਧਾਰੀ ਆਦਮੀ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲੱਗਦਾ ਹੈ, ਜਿਹੜਾ ਨਿਪੁੰਨ ਵੀ ਆਪਣੇ ਕਿੱਤੇ ਦੇ ਵਿੱਚ ਜੀ, ਕਿਉਂਕਿ ਹੀਰੋ ਹਾਰਟ ਇੰਸਟੀਚਿਊਟ ਦੇ ਵਿੱਚ ਉਹ ਲੱਗੇ ਆ, ਸਿਰੇ ਦੇ ਡਾਕਟਰ ਹੈਗੇ ਹਾਰਟ ਦੇ, ਤੇ ਆਪਣੇ ਇਸ ਇਲਾਕੇ ਦੇ ਵਿੱਚ ਜਿਹੜੇ ਹੈਗੇ ਹਾਰਟ ਐਕਸਪਰਟ ਦੀ ਲੋੜ ਵੀ ਹੈਗੀ। ਤੇ ਜੇ ਉਹ ਬਾਹਰ ਇੱਕ ਮਤਲਬ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਇੰਨਾ ਵਧੀਆ ਕੰਮ ਕਰ ਰਿਹਾ, ਤੇ ਮੇਰਾ ਖਿਆਲ ਹੈ ਫਿਰ ਬੰਦਾ ਇਹ ਵੀ ਸੋਚਦਾ ਕਿ ਜਿਹੜੀ ਧਰਤੀ ਨੇ ਮੈਨੂੰ ਇੰਨਾ ਕੁਝ ਦਿੱਤਾ ਹੈ, ਜਿਸ ਭਾਈਚਾਰੇ ਨੇ ਮੈਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਵਾ, ਤੇ ਉਸ ਬਾਬੇ ਦੇ ਨਾਂ ਦੇ ਉੱਤੇ, ਬਾਬਾ ਫਰੀਦ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਬਣੀ ਹੈ, ਚਲੋ ਆਪਾਂ ਵੀ ਆਪਣਾ ਯੋਗਦਾਨ ਪਾਈਏ। ਮੇਰਾ ਖਿਆਲ ਹੈ ਜੇ ਉਹ ਲੱਗ ਜਾਣ, ਮੰਨ ਜਾਣ ਤੇ ਗੱਲ ਵਧੀਆ ਹੈ। ਵੈਸੇ ਮੈਨੂੰ ਹੁਣ ਉਮੀਦ ਵੱਜ ਗਈ ਹੈ ਕਿ ਇਹ ਬੜਾ ਲੰਬਾ ਸਮਾਂ ਨਹੀਂ ਪੈਂਦਾ, ਇਹ ਜਿਹੜਾ ਹੈਗਾ ਅੜਿੱਕਾ ਦੂਰ ਹੋ ਜਾਣਾ ਹੈ ਔਰ ਕੁਆਲਿਟੀ ਰਿਲੇਸ਼ਨ ਹੋ ਜਾਣਗੇ। ਤੇ ਚਲੋ ਚੰਗੀ ਗੱਲ ਹੈ ਜੀ। ਪੰਜਾਬ ਪਹਿਲਾਂ ਹੀ ਸੰਤਾਪ ਭੋਗੀ ਜਾਂਦਾ ਕਿਸੇ ਦੀ, ਆਪਾਂ ਐਵੇਂ ਆਖੀਏ ਵੀ ਖਬਰਾਂ ਬਣਾਉਣ ਦੇ ਮਾਰੇ ਪਰ ਕਹੀ ਜਾਈਏ ਵੀ ਰੜਕ ਗਏ ਅੜਕ ਗਏ। ਬਿਲਕੁਲ ਜੀ, ਉਹ ਨਹੀਂ ਕਰਨੀ ਚਾਹੀਦੀ। ਸਾਡੀ ਪੋਜ਼ਿਟਿਵ ਹੋਣੀ ਚਾਹੀਦੀ ਹੈ। ਜਿੱਥੇ ਕ੍ਰਿਟੀਸਾਈਜ਼ ਕਰਨਾ ਹੁੰਦਾ ਸਰਕਾਰ ਦੀਆਂ ਪਾਲਿਸੀਆਂ ਨੂੰ, ਅਸੀਂ ਕਰਦੇ ਹਾਂ। ਸਾਡਾ ਜਾਤੀ ਕਿਸੇ ਨਾਲ ਕੋਈ ਵਿਰੋਧ ਨਹੀਂ ਹੈਗਾ। ਅਸੀਂ ਸਟੇਟ ਦੀ ਬਿਹਤਰੀ ਵਾਸਤੇ ਗੱਲ ਕਰਦੇ ਹਾਂ। ਜੇ ਚੰਗਾ ਕੰਮ ਕਰਨਗੇ ਤਾਂ ਜ਼ਰੂਰ ਚੰਗਾ ਕਵਾਂਗੇ। ਤੁਸੀਂ ਦੇਖੋ ਜੇ ਹੁਣ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਈ ਜਾਂਦੇ, ਉਹਨਾਂ ਨੂੰ ਮੂੜੀ ਜਾਂਦੇ ਆ ਜੀ, ਤੇ ਅਸੀਂ ਬਹਿਜਾ ਵੀ ਸਰਕਾਰ ਦੀ ਕਰਾਉਣੇ ਵੀ ਸਰਕਾਰ ਵਧੀਆ ਕਰਦੀ ਹੈ, ਠੀਕ ਹੈ, ਭਾਵੇਂ ਕਰਦੇ ਅਫਸਰ ਹੈ, ਪਰ ਜਿਹੜੇ ਦਿਸ਼ਾ ਨਿਰਦੇਸ਼ ਤਾਂ ਸਰਕਾਰ ਵੱਲੋਂ ਹੁੰਦੇ। ਬਿਲਕੁਲ ਬਿਲਕੁਲ। ਜਿੱਥੇ ਸਰਕਾਰ ਚੰਗਾ ਕੰਮ ਕਰਦੀ ਹੈ ਚੰਗਾ ਕਵਾਂਗੇ, ਜੇ ਮਾੜਾ ਕਰਦੀ ਹੈ ਮਾੜਾ ਕਵਾਂਗੇ। ਤੇ ਜੇ ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਇੱਥੇ ਜਿਹੜੀ ਹੈਗੇ ਸਰਹੱਦੀ ਸੂਬੇ ਦੇ ਵਿੱਚ ਸੈਂਟਰ ਦੀ ਤੇ ਸਟੇਟ ਗਵਰਨਮੈਂਟ ਦੀ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ ਜੀ। IDF ਵਾਲਾ ਫੰਡ ਆਪਣਾ ਰੋਕਿਆ ਹੋਇਆ, ਜੇ ਕੋਆਰਡੀਨੇਸ਼ਨ ਹੋਵੇ ਤੁਹਾਡੀ ਦੋਨਾਂ ਧਿਰਾਂ ਦੀ, ਤੁਸੀਂ ਗਵਰਨਰ ਸਾਹਿਬ ਦੀਆਂ ਸੇਵਾਵਾਂ ਵੀ ਵਰਤ ਸਕਦੇ ਹੋ। ਇਹ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ, ਕੁੜੱਤਣ ਨੂੰ ਦੂਰ ਕੀਤਾ ਜਾ ਸਕਦਾ ਹੈ। ਤੇ ਬੜਾ ਚਰਚਾ ਵੀ ਕਹਿੰਦੇ ਵੀ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ 5 ਪੈਨਸ਼ਨਾਂ ਲੈਂਦੇ ਨੇ ਜੀ। ਇਹਦਾ ਦੋਸ਼ ਵੀ ਮੁੱਖ ਮੰਤਰੀ ਨੇ ਲਾਤਾ ਜੀ, ਕਹਿੰਦੇ ਵੀ ਅਸੀਂ ਪੈਨਸ਼ਨਾਂ ਬੰਦ ਕਰਤੀਆਂ, ਤਾਂ 5 ਲੈਂਦੇ ਸੀ। ਤੇ ਫਿਰ ਥਾਪੀ ਮਾਰਤੀ ਹੈ ਆਪਣੇ ਸੁਖਬੀਰ ਸਿੰਘ ਬਾਦਲ ਨੇ, ਕਹਿੰਦਾ ਜਾਂ ਤਾਂ ਮਿੱਤਰਾ, ਕਹਿੰਦਾ ਫਿਰ ਤੇਰੇ ਕੇਜਰੀਵਾਲ ਵਾਂਗੂ ਮਾਨਹਾਨੀ ਦਾ ਮੁਕੱਦਮੇ ਦਾ ਸਾਹਮਣਾ ਕਰ ਲੈ, ਨਹੀਂ ਤਾਂ ਫਿਰ ਕਹਿੰਦਾ ਦੋਸ਼ ਸਾਬਤ ਕਰ। ਦੇਖੋ ਦਾਨੇਵਾਲੀਆ ਸਾਹਿਬ, ਇੱਕ ਗੱਲ ਤਾਂ ਆਪਾਂ ਨੂੰ ਸੁਖਬੀਰ ਬਾਦਲ ਨੂੰ ਦੇਣੀ ਪੈਣੀ ਹੈ ਦਾਦ, ਕਿ ਉਹਨਾਂ ਦਾ ਜਿਹੜਾ ਲੀਗਲ ਸਿਸਟਮ ਹੈ ਨਾ, ਉਹ ਬੜਾ ਮਜ਼ਬੂਤ ਹੈ। ਉਹਨਾਂ ਨੇ ਕਈਆਂ ਤੋਂ ਮਾਫੀਆਂ ਮੰਗਵਾਈਆਂ, ਕਈ ਪੱਤਰਕਾਰਾਂ ਤੋਂ ਵੀ ਮੰਗਵਾਈਆਂ, ਤੇ ਆਪਣੇ ਤੋਂ ਜਿਵੇਂ ਤੁਸੀਂ ਦੱਸਿਆ ਵਾ ਹੀ ਹੈ ਵੀ ਕੇਜਰੀਵਾਲ ਸਾਹਿਬ ਨੇ ਵੀ
ਨਤਮਸਤਕ ਹੋ ਕੇ ਕਹਿੰਦਾ ਸੀ ਛੱਡੋ ਜੀ ਪਰੇ, ਛੱਡੋ ਛੱਡੋ ਛੱਡੋ, ਜੀ। ਉੱਥੇ ਵੀ ਕਰ ਲਿਆ ਸੀ। ਉਹ ਹੁਣ ਲੀਗਲ ਰਾਹ ਬਹੁਤ ਅਪਣਾਉਂਦੇ ਹੈ। ਹੂੰ ਉਹਨਾਂ ਨੇ ਜਿਹੜੀ ਅੱਜ ਤੁਸੀਂ ਖਬਰ ਦਾ ਜ਼ਿਕਰ ਕੀਤਾ, ਇਸ ਖਬਰ ਦਾ ਅਸਲ ਦੇ ਵਿੱਚ ਬੇਸ ਕੀ ਹੈ? ਜੀ। ਆਪਾਂ ਜਾਣਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਬੜੀ ਚਰਚਾ ਹੁੰਦੀ ਸੀ ਜੀ, ਬਹੁਤ ਜੀ, ਇਹ ਤਾਂ ਬੜੇ 5-5 ਪੈਨਸ਼ਨਾਂ ਲਈ ਜਾਂਦੇ ਆ ਜੀ, ਇਹ ਤਾਂ ਇੰਨੇ ਲੱਖ ਰੁਪਇਆ ਮੇਰੇ ਵਰਗੇ ਬਣਾ ਕੇ ਉਹ ਜੋੜ ਘਟਾਓ ਕਰਕੇ ਦੱਸੀ ਜਾਂਦੇ ਹੁੰਦੇ ਸੀ, ਇੰਨੇ ਪੈਸੇ ਬਣ ਗਏ ਜੀ, ਇੰਨੇ ਪੈਸੇ ਬਣ ਗਏ। ਬਾਦਲ ਸਾਹਿਬ ਦੇ ਬਾਰੇ ਵੀ ਕਹਿੰਦੇ ਸੀ। ਜੀ। ਵੈਸੇ ਬਾਦਲ ਸਾਹਿਬ ਨੂੰ ਆਪਾਂ ਦੇਖੀਏ, ਬਾਦਲ ਸਾਹਿਬ ਜ਼ਿੰਦਗੀ ਦੇ ਵਿੱਚ 2 ਵਾਰੀ ਹਾਰੇ ਹੈ। ਇੱਕ ਵਾਰੀ ਤਾਂ ਇਹ ਹਾਰੇ ਸੀ 1967 ਦੇ ਵਿੱਚ, ਜੀ। ਤੇ ਜਾਂ ਹੁਣ ਹਾਰੇ ਹੈ। ਇਹ ਹਮੇਸ਼ਾ ਹੀ ਐਮਐਲਏ ਰਹੇ ਆ, ਮੰਤਰੀ ਰਹੇ ਆ ਜਾਂ ਮੁੱਖ ਮੰਤਰੀ ਰਹੇ ਹੈ। ਤੇ ਕਾਨੂੰਨ ਦੇ ਮੁਤਾਬਕ ਜਿੰਨੀ ਦੇਰ ਤੱਕ ਬੰਦਾ ਸਾਬਕਾ ਨਾ ਹੋ ਜੇ, ਉਨੀ ਦੇਰ ਪੈਨਸ਼ਨ ਨਹੀਂ ਮਿਲਦੀ, ਉਨੀ ਦੇਰ ਤੱਕ ਉਹ ਪੈਨਸ਼ਨ ਲੈ ਨਹੀਂ ਸਕਦਾ। ਇਸ ਕਰਕੇ ਇਹਨੂੰ ਤਨਖਾਹ ਮਿਲਦੀ ਸੀ, ਪੈਨਸ਼ਨ ਲੈ ਹੀ ਨਹੀਂ ਸਕਦੇ ਸੀ। 67 ਵੇਲੇ ਤਾਂ ਰੌਲਾ ਹੀ ਨਹੀਂ ਸੀਗਾ ਜੀ ਬਈ ਆ ਕੋਈ ਆਪਣਾ 2 ਪੈਨਸ਼ਨ ਵਾਲਾ ਤੇ ਨਾ ਉਹ ਇੱਕੋ ਹੀ ਹੁੰਦੀ ਸੀ, ਤਾਂ ਬਾਅਦ ਦੇ ਵਿੱਚ ਵਾਧੇ ਬੁੱਧੇ ਹੋਏ ਆ। ਚਲੋ ਹੁਣ ਜਿਹੜੀ ਹੈਗੀ ਹੈ ਜੀ, ਉਹਨਾਂ ਨੇ ਜਦੋਂ ਸਾਬਕਾ ਹੋ ਗਏ, ਮੁੱਖ ਮੰਤਰੀ ਵੀ ਨਹੀਂ ਰਹੇ, ਤੇ ਇਹ ਨਾਲ ਪ੍ਰਚਾਰ ਹੋਣ ਵਾਲੇ ਪ੍ਰਕਾਸ਼ ਸਿੰਘ ਬਾਦਲ ਜੀ 5 ਪੈਨਸ਼ਨਾਂ ਲੈਂਦੇ ਜੀ। ਔਰ 5 ਨਹੀਂ ਬਣ, ਵੈਸੇ ਜੇ ਆਪਾਂ ਦੇਖੀਏ ਤਾਂ ਮੇਰਾ ਖਿਆਲ ਹੈ 10 ਵਾਰੀ ਚੁਣੇ ਗਏ ਹੈ। 10-11 ਵਾਰੀ, 57 ਤੋਂ ਕੰਮ ਸ਼ੁਰੂ ਹੋਇਆ ਉਹਨਾਂ ਦਾ ਜੀ। 2 ਵਾਰੀ ਆਪਾਂ ਦੱਸਿਆ ਵਿੱਚ ਬਿਜਲੀ ਉਹ ਹਾਰੇ ਆ। ਪਰ ਜੇ ਹੁਣ ਦੇਖੀਏ ਹਕੀਕਤ ਕੀ ਹੈ, ਨਿਯਮਾਂ ਦੇ ਮੁਤਾਬਕ ਤਾਂ ਉਹਨਾਂ ਨੂੰ ਪੈਨਸ਼ਨ ਮਿਲਣੀ ਨਹੀਂ ਸੀ, ਤੇ ਮਿਲਦੀ ਕਿੱਥੋਂ ਸੀ? ਉਹਨਾਂ ਨੂੰ ਤਾਂ ਪੈਨਸ਼ਨ ਹੁਣ ਮਿਲਣੀ ਚਾਹੀਦੀ ਸੀ ਜੀ, ਸਾਰੇ ਪਾਸਿਆਂ ਤੋਂ। ਪਰ ਇਹ ਹੈ ਕਿ ਜਦੋਂ ਇਹ ਵਿਧਾਨ ਸਭਾ ਬਣੀ ਹੈ, ਵਿਧਾਨ ਸਭਾ ਬਣੇ ਤੋਂ ਹਾਲੇ ਸਪੀਕਰ ਦੀ ਚੋਣ ਨਹੀਂ ਹੋਈ ਸੀ। ਆ ਡਾਕਟਰ ਨਿੱਜਰ ਸਾਹਿਬ ਜਿਹੜੇ ਅੱਜ ਕੱਲ ਆਪਣੇ ਲੋਕਲ ਬਾਡੀ ਦੇ ਮਿਨਿਸਟਰ ਹੈ ਜੀ, ਇਹ ਹੁੰਦੇ ਸੀਗੇ ਪ੍ਰੋਟਮ ਸਪੀਕਰ। ਇਹਨਾਂ ਨੇ ਸਹੁੰ ਚੁਕਾਈ ਸੀਗੀ ਸਾਰੇ ਵਿਧਾਇਕਾਂ ਨੂੰ ਜੀ। ਤੇ ਬਾਦਲ ਸਾਹਿਬ ਹੋਰਾਂ ਨੇ, ਸੀਨੀਅਰ ਬਾਦਲ ਨੇ ਉਦੋਂ ਇੱਕ ਚਿੱਠੀ ਲਿਖ ਕੇ ਭੇਜਤੀ ਸੀ ਕਿ ਭਾਈ ਮੇਰੇ ਖਾਤੇ ਦੇ ਵਿੱਚ ਪੈਨਸ਼ਨ ਨਾ ਪਾਈ ਜਾਵੇ ਜੀ, ਮੈਂ ਪੈਨਸ਼ਨ ਨਹੀਂ ਲੈਣੀ। ਇਹ ਪੈਨਸ਼ਨ ਜਿਹੜੀ ਹੈ ਕਿਸੇ ਸਾਂਝੇ ਕੰਮ ਵਾਸਤੇ ਤੁਸੀਂ ਇਸਤੇਮਾਲ ਕਰ ਲਓ ਜੀ। ਤੇ ਜ਼ਿਆਦਾਤਰ ਕਹਿੰਦੇ ਮੇਰੀ ਤਰਜੀਹ ਇਹ ਹੈ ਕਿ ਜਿਹੜੀਆਂ ਲੜਕੀਆਂ ਪੜ੍ਹਦੀਆਂ ਉਹ ਲੜਕੀਆਂ ਦੀ ਪੜ੍ਹਾਈ ਤੇ ਲੜਕੀਆਂ ਦਾ ਜਿਹੜੀ ਹੈਗੇ ਉਹਨਾਂ ਵਾਸਤੇ ਕੋਈ ਤੁਸੀਂ ਫੰਡ ਜਿਹੜਾ ਬਣਾਇਆ, ਇਹਨੂੰ ਉਸ ਫੰਡ ਦਾ ਹਿੱਸਾ ਬਣਾ ਲਓ। ਬੱਚੀਆਂ ਦੀ ਮਤਲਬ ਜਿਹੜੀ ਐਜੂਕੇਸ਼ਨ ਦੇ ਉੱਤੇ ਲਾ ਦਿਓ। ਇਹ ਹੈ ਚਲੋ ਇਹ ਫਿਰ ਪ੍ਰਚਾਰ ਪ੍ਰਚੂਰ ਹੁੰਦਾ ਰਹਿੰਦਾ। ਮੇਰਾ ਖਿਆਲ ਵੀ ਆਪਾਂ ਨੂੰ ਹੁਣ ਸਹੀ ਗੱਲ ਤਾਂ ਨਹੀਂ ਪਤਾ, ਸ਼ਾਇਦ ਗੁਜਰਾਤ ਦੇ ਵਿੱਚ ਵੀ ਕਹਿਤਾ ਹੋਵੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿ ਜੀ ਬਾਦਲ ਸਾਹਿਬ 5 ਪੈਨਸ਼ਨਾਂ ਲੈਂਦੇ ਸੀ, ਆਪਾਂ ਫਿਰ ਬੰਦ ਕਰਤੀਆਂ, ਕਾਨੂੰਨ ਬਣਾਤਾ। ਤੇ ਉਧਰਲੇ ਪਾਸੇ ਕਾਨੂੰਨ ਬਣਿਆ ਤਾਂ ਹੈ, ਪਰ ਕਾਨੂੰਨ ਨੂੰ ਚੁਣੌਤੀ ਦੇਣ ਵਾਲੇ ਵੀ ਹਾਈ ਕੋਰਟ ਪਹੁੰਚ ਗਿਆ ਜੀ, ਉਹਨਾਂ ਨੇ ਪਟੀਸ਼ਨ ਪਾਤੀ ਹੈ ਜੀ। ਤੇ ਫਿਰ ਸੁਖਬੀਰ ਸਿੰਘ ਬਾਦਲ ਹੁਣ ਆਪਦੇ ਆ ਗਿਆ ਫਿਰ ਅਸਲੀ ਰੰਗ ਦੇ ਵਿੱਚ। ਉਹ ਕਹਿੰਦਾ ਮੁੱਖ ਮੰਤਰੀ ਜੀ ਸਿੱਧੀ ਗੱਲ ਆ ਵੀ ਜਿਆਦਾ ਸਾਬਤ ਕਰ ਦਿਓ। ਅੱਛਾ ਜੀ। ਵੀ ਪ੍ਰਕਾਸ਼ ਸਿੰਘ ਬਾਦਲ ਨੇ 1 ਰੁਪਿਆ ਬਤੌਰ ਪੈਨਸ਼ਨ ਲਿਆ, ਇਹ ਰਿਕਾਰਡ ਦੇ ਦਿਓ ਸਾਨੂੰ। ਜੇ ਰਿਕਾਰਡ ਤੁਹਾਡੇ ਕੋਲੇ ਹੈ ਨਹੀਂ ਤੇ ਚੁੱਪ ਕਰਕੇ ਮਾਫੀ ਮੰਗ ਲਓ ਕਿ ਮੈਂ ਗਲਤੀ ਕਰ ਬੈਠਾ। ਤੇ ਜੇ ਮਾਫੀ ਨਾ ਮੰਗੀ ਤਾਂ ਫਿਰ ਮੈਂ ਭਾਈ ਤੁਹਾਡੇ ਖਿਲਾਫ ਮਾਨਹਾਨੀ ਦਾ ਕੇਸ ਕਰੂੰਗਾ, ਤੇ ਤੁਹਾਨੂੰ ਮਾਨਹਾਨੀ ਦੇ ਕੇਸ ਦਾ ਫਿਰ ਸਾਹਮਣਾ ਕਰਨਾ ਪੈਣਾ। ਹੁਣ ਤੁਸੀਂ ਆਪ ਹੀ ਫੈਸਲਾ ਕਰ ਲਓ ਵੀ ਇਹ ਚ ਕੀ ਕਰਨਾ ਹੈ। ਹੁਣ ਆਪਾਂ ਵੇਖਦੇ ਜੀ ਭਗਵੰਤ ਸਿੰਘ ਮਾਨ ਕੀ ਕਰਦੇ ਆ। ਵੈਸੇ ਉਹ ਜਿਵੇਂ ਮੈਂ ਆਪਾਂ ਪਹਿਲਾਂ ਗੱਲ ਕੀਤੀ ਵੀ ਅਫਸਰਾਂ ਦੇ ਰਾਹੀਂ ਕਈ ਗੱਲਾਂ ਬਾਤਾਂ ਹੋ ਜਾਂਦੀਆਂ। ਆ ਬਿਲਕੁਲ ਉਹ ਵੀ ਪੁਰਾਣੀ ਲਿਹਾਜ਼ ਹੈਗੀ ਇਹਨਾਂ ਦੀ। ਹਾਂ ਹੈਗੀ ਹੈ ਜੀ, ਲਿਹਾਜ਼ ਤਾਂ ਹੈਗੀ ਹੈ। ਤੇ ਉਹ ਕਈ ਵਾਰੀ ਫਿਰ ਲਿਹਾਜ਼ਾਂ ਨਿਕਲਿਆ ਹੁੰਦੀਆਂ। ਔਰ ਇਹ ਤਾਂ ਸਾਂਝਾ ਕੰਮ ਹੈ ਨਾ, ਸਾਰੇ ਟੱਬਰ ਦਾ, ਪਰਿਵਾਰ ਦਾ ਸਾਂਝਾ ਕੰਮ ਹੈ ਵੀ ਕਾਹਨੂੰ ਗੱਲ ਵਧਾਉਣੀ ਹੈ। ਤੇ ਉਹ ਮੁੱਕ ਵੀ ਸਕਦੀ ਹੈ ਅੰਡਰ ਦੀ ਮਤਲਬ ਜਿਹੜੀ ਕਾਰਪਟ। ਜੀ 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 ਜੀ। ਸੋ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਨੇ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।